ਸਿਮਰੋ ਅੰਗਦ ਦੁਖ ਨਿਕੰਦਨ। ਗੁਰੂ ਅਮਰਦਾਸ ਹਿਰਦੈ ਨਿਤ ਧਿਆਉ ਹਿਰਦੈ। ਸ਼੍ਰੀ ਗੁਰੂ ਰਾਮਦਾਸ ਗੁਣ ਗਾਉ। ਗੁਰੂ ਅਰਜਨ ਬਿਘਨਨ ਕੇ ਨਾਸ਼ਕ ਬਿਘਨਨ ਕੇ ਨਾਸ਼ਕ। ਸ਼੍ਰੀ ਹਰਿਗੋਬਿੰਦ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਸ਼੍ਰੀ ਹਰਿ ਕ੍ਰਿਸ਼ਨ ਮਨਾਉ। ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਤਰੋ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸਾ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਨਾਸ਼ਨ ਸੋਏ। ਦੋਹਰਾ ਸਿੱਖਾ ਭਰਮ ਨਾ ਕੀਜੀਐ ਬੁੱਧ ਰਾਖੀਏ ਠੌਰ। ਰਾਖਾ ਸਤਿਗੁਰ ਸਿੱਖ ਕਾ ਜਿਉ ਆਚਾਰ ਹਿਤ ਔਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਣੋ, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਪਿਛਲੇ ਪਹਿਰਾਂ ਦੇ ਦੀਵਾਨ ਸਜਾਉਂਦੇ ਹੋਏ ਆਪ ਜੀ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਲੜੀਵਾਰ ਇਤਿਹਾਸ ਦੀ ਕਥਾ ਵਿਚਾਰ ਨਾਲ ਜੁੜਨਾ ਕਰੀਏ ਜੀ। ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਅਨੇਕਾਂ ਹੀ ਵਿਚਾਰਾਂ ਸਿੱਖ ਸੰਗਤਾਂ ਨੂੰ ਬਖਸ਼ਿਸ਼ ਕਰ ਰਹੇ ਹਨ। ਜੀਵਨ ਦੇ ਵਿੱਚ ਧਾਰਨ ਕਰਨ ਵਾਲੀਆਂ ਗੱਲਾਂ ਸਤਿਗੁਰੂ ਜੀ ਕਹਿ ਰਹੇ ਸੀ, ਸਿੱਖਾ ਦਸਵੀਂ ਬੇਨਤੀ ਹੈ ਕਿ ਹਮੇਸ਼ਾ ਪਰਮੇਸ਼ਰ ਨਾਲ ਨਿਜ ਸਰੂਪ ਨਾਲ ਜੁੜਿਆ ਰਹਿ, ਫਿਰ ਕਦੇ ਵੀ ਦਗਦ ਨਹੀਂ ਹੋਏਗਾ, ਭਾਵ ਨਰਕਾਂ ਵਿੱਚ ਦੀ ਅੱਗ ਵਿੱਚ ਨਹੀਂ ਸੜੇਗਾ। ਈਰਖਾ ਦੂਈ ਦਵੈਤ ਆਦਿ ਇਹ ਵਿਕਾਰ ਖਤਮ ਹੋ ਜਾਣਗੇ। ਅੱਗੇ ਕੁਝ ਵਿਚਾਰਾਂ ਬਾਕੀ ਆ, ਇਹ ਵਿਚਾਰਾਂ ਆਪਾਂ ਆਰੰਭ ਕਰਕੇ ਸਰਵਣ ਕਰਦੇ ਹਾਂ। ਉਸ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਅਰਾ ਕਰੋ ਬੁਲੰਦ ਗੱਜ ਕੇ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਸਿੱਖਾ ਭਰਮ ਨਾ ਕੀਜੀਐ ਬੁੱਧ ਰਾਖੀਏ ਠੌਰ। ਔਰ ਅਗਲੀ ਸਤਿਗੁਰੂ ਪਾਤਸ਼ਾਹ ਜੀ ਵਿਚਾਰ ਬਖਸ਼ਿਸ਼ ਕਰਦੇ ਹਨ ਕਿ ਸਿੱਖ ਨੂੰ ਕਦੇ ਵੀ ਭਰਮ ਨਹੀਂ ਕਰਨਾ ਚਾਹੀਦਾ ਗੁਰੂ 'ਤੇ। ਜਿਸ ਤਰ੍ਹਾਂ ਬਿਸ਼ੰਬਰ ਦਾਸ ਦੇ ਪੁੱਤਰ ਹਰਗੋਪਾਲ ਨੇ ਭਰਮ ਕਰ ਲਿਆ ਸੀ ਕਿ ਗੁਰੂ ਤਾਂ ਸ਼ਿਕਾਰ ਖੇਡਦਾ, ਇਹ ਮੇਰਾ ਕਿਵੇਂ ਉਧਾਰ ਕਰੇਗਾ। ਗੁਰੂ ਦੇ ਉੱਤੇ ਕਦੇ ਭਰਮ ਨਹੀਂ ਕਰਨਾ ਚਾਹੀਦਾ। ਆਪਣੀ ਬੁੱਧੀ ਨੂੰ ਟਿਕਾ ਕੇ ਰੱਖੀਏ ਜੀ। ਰਾਖਾ ਸਤਿਗੁਰ ਸਿੱਖ ਕਾ ਜਿਉ ਆਚਾਰ ਹਿਤ ਔਰ। ਕਹਿਣ ਲੱਗੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਸਿੱਖ ਜੇ ਸਿਦਕ ਤੇ ਰਹੇ ਤੇ ਗੁਰੂ ਉਸ ਦੀ ਜ਼ਰੂਰ ਰਾਖੀ ਕਰਦਾ ਹੈ। ਬਾਟੀ ਬਿਹਾਏ ਗੁਰੂ ਡਿਗ ਤੋਰੇ ਗੁਰੂ ਨਿਭਾਹਾ। ਔਰ ਅਗਲੀ ਸਤਿਗੁਰੂ ਪਾਤਸ਼ਾਹ ਜੀ ਵਿਚਾਰ ਬਖਸ਼ਿਸ਼ ਕਰਦੇ ਹਨ ਕਿ ਬੱਚਿਆਂ ਦੇ ਵਾਂਗ ਗੁਰੂ ਦੇ ਪਾਸ ਰਹਿੰਦੇ ਆ, ਹਮੇਸ਼ਾ ਇਹ ਹੀ ਖਿਆਲ ਕਰੇ ਕਿ ਮੇਰੀ ਜ਼ਿੰਦਗੀ ਗੁਰੂ ਚਰਨਾਂ ਵਿੱਚ ਲੱਗ ਜਾਵੇ, ਮੇਰਾ ਜੀਵਨ ਗੁਰੂ ਨਾਲ ਹੀ ਰਹਿ ਕਰਕੇ ਬਤੀਤ ਹੋ ਜਾਵੇ, ਨਿਭ ਜਾਵੇ ਮੇਰੀ। ਜਿਵੇਂ ਬਾਬਾ ਬੁੱਢਾ ਜੀ ਬਚਪਨ ਦੇ ਵਿੱਚ ਆਏ ਸਨ ਬਾਬੇ ਨਾਨਕ ਜੀ ਦੀ ਸ਼ਰਨ ਵਿੱਚ, ਔਰ ਫਿਰ 100 ਸਾਲ ਤੋਂ ਉੱਤੇ ਉਹਨਾਂ ਦੀ ਉਮਰ ਹੋਈ ਆ। ਸਾਰੀ ਜ਼ਿੰਦਗੀ ਉਹਨਾਂ ਨੇ ਗੁਰੂ ਦੇ ਚਰਨਾਂ ਵਿੱਚ ਹੀ ਬਤੀਤ ਕੀਤੀ। ਐਸਾ ਹੀ ਖਿਆਲ ਮਨੁੱਖ ਨੂੰ ਗੁਰੂ ਚਰਨਾਂ ਵਿੱਚ ਰਹਿੰਦੇ ਹੋਏ ਕਰਨਾ ਚਾਹੀਦਾ ਹੈ ਕਿ ਮੈਂ ਭਟਕਾਂ ਨਾ,
ਕਦੇ ਵੀ ਮੈਂ ਗੁਰੂ ਨੂੰ ਛੱਡ ਕੇ ਆਸੇ ਪਾਸੇ ਨਾ ਜਾਵਾਂ, ਆਖਰੀ ਸਵਾਸਾਂ ਤੱਕ ਮੇਰੀ ਨਿਭ ਜਾਵੇ ਜੀ। ਬਚਨ ਮਾਨ ਹਿਤ ਪੰਦਰਵੀਂ, ਦੀਨਾ ਸਤਿਗੁਰ ਰਾਹਾ। ਪਰ ਇਹ ਗੱਲ ਤਾਂ ਹੋਣੀ ਹੈ ਜੇ ਗੁਰੂ ਦਾ ਹੁਕਮ ਮੰਨੇਗਾ। ਸਤਿਗੁਰੂ ਪਾਤਸ਼ਾਹ ਜੀ ਨੇ ਅਗਲੀ ਵਿਚਾਰ ਬਖਸ਼ਿਸ਼ ਕੀਤੀ, ਇਹ ਗੱਲ ਤਾਂ ਬਣਨੀ ਹੈ ਜੇ ਤੂੰ ਗੁਰੂ ਦਾ ਹੁਕਮ ਮੰਨੇਗਾ ਤਾਂ ਗੁਰੂ ਤੈਨੂੰ ਕਿਸੇ ਦਾ ਮੁਤਾਜਗੀ ਕਰਨ ਦਾ ਸਮਾਂ ਵੀ ਨਹੀਂ ਦੇਵੇਗਾ। ਬਾਬਾ ਫਰੀਦ ਜੀ ਕਹਿੰਦੇ, ਫਰੀਦਾ ਬਾਰ ਪਰਾਇਆ ਬੈਸਨਾ, ਸਾਈਂ ਮੁਝੇ ਨਾ ਦੇ। ਮਾਲਕਾ, ਮੈਨੂੰ ਤੇਰੇ ਦਰ ਨੂੰ ਛੱਡ ਕੇ ਕਿਤੇ ਹੋਰ ਪਰਾਏ ਦਰ 'ਤੇ ਜਾਣ ਦਾ ਸਮਾਂ ਨਾ ਦੇਈਂ। ਮੈਂ ਤੈਨੂੰ ਛੱਡ ਕੇ ਕਿਸੇ ਹੋਰ ਦੇ ਦਰ ਦਾ ਮੰਗਤਾ ਨਾ ਬਣਾ, ਕਿਰਪਾ ਕਰੀਂ। ਬਰਾਇਆ ਬਾਰ ਪਰਾਇਆ ਵਾਸਨਾ, ਸਾਈਂ ਮੁਝੇ ਨਾ ਦੇ। ਜੇ ਤੂੰ ਏਵੇਂ ਰਖਸੀ ਜਿਉਂ ਸਰੀਰੋਂ ਲੈ, ਤੇ ਜੇ ਕੋਈ ਇਹੋ ਜਿਹਾ ਸਮਾਂ ਆਵੇ ਤੇ ਮੈਂ ਮਰ ਕਿਉਂ ਨਾ ਜਾਵਾਂ। ਭਾਵ ਤੈਥੋਂ ਬਗੈਰ ਮੇਰਾ ਕੋਈ ਵੀ ਨਹੀਂ। ਐਸੀ ਭਾਵਨਾ ਸਿੱਖ ਨੂੰ ਗੁਰੂ ਤੇ ਰੱਖਣੀ ਚਾਹੀਏ ਜੀ। ਮਾਨ ਦੇ ਕੁਲ ਕੀ ਰਹਿ, ਬਣੇ ਸੰਬੰਧੀ ਸੰਤ। ਔਰ ਜੇ ਅਸੀਂ ਸਾਧੂਆਂ ਦੀ ਸੰਗਤ ਕਰੀਏ, ਸੰਤ ਮਿਲੇ ਸੁਣ ਕੇ ਸੁਣੀਏ ਕਹੀਏ, ਜਦੋਂ ਰੱਬ ਦਾ ਪਿਆਰਾ ਕੋਈ ਮਿਲੇ ਤੇ ਉਹਦੇ ਨਾਲ ਬਚਨ ਵਿਚਾਰ ਕਰੋ। ਮਿਲੇ ਅਸੰਤ ਮਸਟ ਕਰ ਰਹੀ ਹੈ, ਤੇ ਜੇ ਕੋਈ ਮਨਮੁਖ ਮਿਲ ਜੇ ਉੱਥੇ ਭਾਵੇਂ ਚੁੱਪ ਹੀ ਰਹੋ। ਜੇ ਹਮੇਸ਼ਾ ਗੁਰਮੁਖਾਂ ਦੀ ਸੰਗਤ ਕਰੋਗੇ ਤਾਂ ਤੁਹਾਡਾ ਮਾਣ, ਕੁੱਲ ਦੀ ਵਡਿਆਈ ਇੱਥੇ ਹੀ ਤੁਹਾਨੂੰ ਮਿਲਣੀ ਹੈ। ਦੋਨਾਂ ਹੀ ਦੇਸ਼ਾਂ ਵਿੱਚ ਤੁਹਾਨੂੰ ਦੀਨ ਦੁਨੀ ਵਿੱਚ ਮਾਣ ਮਿਲੇਗਾ। ਭਾਵ ਜਿਵੇਂ ਬਚਨ ਹੈ, ਸੱਚੇ ਮਾਰਗ ਚੱਲਦੇ ਆ ਉਸਤਤ ਕਰੇ ਜਹਾਨ, ਉਸੇ ਤਰ੍ਹਾਂ ਹੀ ਜੀ ਇਸ ਮਾਰਗ 'ਤੇ ਚੱਲਾਂਗੇ ਤੇ ਇੱਥੇ ਵੀ ਵਡਿਆਈ ਤੇ ਦਰਗਾਹ ਵਿੱਚ ਵੀ। ਰੇ ਰੇ ਦਰਗਹਿ ਕਹੈ ਨ ਕਉ, ਆਓ ਬੈਠ ਆਦਰ ਸ਼ੁਭ ਦਿਓ। ਵੇਤਨ ਵੇਤਿਤ ਸ਼ੁੱਧ ਗ੍ਰਹਿ, ਇਹੀ ਕੂਬ ਕਲਕੰਤ। ਔਰ ਹਮੇਸ਼ਾ ਇਹ ਖਿਆਲ ਰੱਖੇ ਕਿ ਮੇਰਾ ਸੰਤਾਂ ਗੁਰਮੁਖਾਂ ਨਾਲ ਹੀ ਸੰਬੰਧ ਬਣੇ। ਅਗਲੀ ਬੇਨਤੀ ਹੈ ਕਿ ਮੇਰੇ ਦਿਲ ਵਿੱਚ ਹਮੇਸ਼ਾ ਗਰੀਬੀ ਬਣੀ ਰਹੇ। ਬਿਰਤੀ ਨਿਵੇ ਭਾਵ ਗਰੀਬੀ, ਤੇ ਇੱਥੇ ਗਰੀਬੀ ਤੋਂ ਭਾਵ ਇਹ ਨਹੀਂ ਹੈ ਕਿ ਘਰ ਵਿੱਚ ਪੈਸਾ ਨਾ ਹੋਵੇ, ਸਭ ਕੁਝ ਹੋਵੇ ਪਰ ਨਿਮਰਤਾ ਜ਼ਰੂਰ ਹੋਵੇ। ਕਹੋ ਸਤਿਨਾਮ। ਸਭ ਕੁਝ ਹੁੰਦੇ ਹੋਏ ਨਿਮਰਤਾ ਹੋਣੀ ਚਾਹੀਏ। ਸਾਡੇ ਹਿਰਦੇ ਵਿੱਚ ਗਰੀਬੀ ਵਸੇ। ਜਿਵੇਂ ਧੰਨ ਗੁਰੂ ਨਾਨਕ ਦੇਵ ਜੀ ਦੇ ਪ੍ਰਥਾਏ ਇਤਿਹਾਸ ਕਹਿੰਦਾ ਹੈ ਕਿ ਜੇ ਪਰਮੇਸ਼ਰ ਕੋਲੇ ਕਿਲੋ ਪੱਕੀ ਗਰੀਬੀ ਹੈ ਤੇ ਪੌਣਾ ਕਿਲੋ ਬਾਬੇ ਨਾਨਕ ਦੇ ਕੋਲ ਇਕੱਲੇ ਕੋਲ ਹੀ ਸੀ। ਭਾਵ ਇਤਨੀ ਨਿਮਰਤਾ ਉਹਨਾਂ ਦੇ ਕੋਲ ਸੀ। ਧੰਨ ਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ ਕਿ ਇੱਦਾਂ ਬੇਨਤੀ ਕਰਿਆ ਕਰੋ, ਸਤਿਗੁਰੂ ਮੇਰੇ ਘਰ ਵਿੱਚ ਸ਼ੁੱਧੀ ਟਿੱਕੀ ਰਹੇ। ਭਾਵ ਮੇਰੇ ਘਰ ਵਿੱਚ ਮਾੜੀ ਵਸਤੂ, ਮਾੜਾ ਪੈਸਾ ਨਾ ਆਵੇ। ਸ਼ੁੱਧੀ ਦਾ ਮਤਲਬ ਇਹ ਨਹੀਂ ਕਿ ਛਿੱਟਾ ਦੇਣਾ ਜਲਦਾ ਲਿਆ ਕੇ। ਭਾਵ ਚੰਗੀ ਕਿਰਤ ਹੋਵੇ। ਐਂ ਤਾਂ ਫਿਰ ਮਲਕ ਭਾਗੋ ਦਾ ਘਰ ਬਾਹਲਾ ਸ਼ੁੱਧ ਹੋ ਗਿਆ, ਜਿਹੜਾ ਦੇਸੀ ਘਿਓ ਦੇ ਲੰਗਰ ਚਲਾਉਂਦਾ ਸੀ, ਪਰ ਬਾਬੇ ਨਾਨਕ ਨੇ ਉਹਦਾ ਪ੍ਰਸ਼ਾਦਾ ਨਹੀਂ ਛਕਿਆ। ਕਹੋ ਸਤਿਨਾਮ। ਉਹਦੇ ਘਰ ਦਾ ਪ੍ਰਸ਼ਾਦਾ ਨਹੀਂ ਛਕਿਆ। ਤੇ ਜਦੋਂ ਉਸ ਦੇ ਸਾਹਮਣੇ ਲਿਆ ਕੇ ਉਸ ਨੇ ਥਾਲ ਰੱਖਿਆ, ਸਤਿਗੁਰਾਂ ਦੇ ਸਾਹਮਣੇ ਲਿਆ ਕੇ, ਤੇ ਸਤਿਗੁਰ ਥਾਲ ਵੱਲ ਦੇਖ ਕੇ ਕਹਿੰਦੇ ਵੀ ਆਪਾਂ ਤਾਂ ਨਹੀਂ ਖਾਂਦੇ। ਕਿਉਂ, ਇਹਨੂੰ ਕੀ ਹੋ ਗਿਆ? ਉਹ ਸਾਰੇ ਭੋਜਨ 'ਚ ਖੂਨ ਹੀ ਖੂਨ ਫਿਰਦਾ ਹੈ। ਖੂਨ ਦੇਸੀ ਘਿਓ 'ਚ ਬਣਾਇਆ ਸਮਾਨ ਹੈ ਸਾਰਾ। ਖੀਰ, ਕੜਾਹ, ਦਾਲਾਂ, ਤਰਕਾਰੀਆਂ, ਪ੍ਰਸ਼ਾਦਾ, ਸਭ ਕੁਝ ਪੂਰੀਆਂ, ਇਹ ਸਭ ਕੁਝ ਦੇਸੀ ਘਿਓ 'ਚ ਬਣਾਇਆ। ਬਾਬਾ ਜੀ ਕਹਿੰਦੇ ਦੇਸੀ ਘਿਓ ਆਇਆ ਕਿੱਥੋਂ ਹੈ? ਮੈਨੂੰ ਤਾਂ ਇਹਨਾਂ ਪੂਰੀਆਂ 'ਚੋਂ ਗਰੀਬਾਂ ਦੀਆਂ ਚੀਕਾਂ ਸੁਣਦੀਆਂ। ਕਹੋ ਸਤਿਨਾਮ। ਮੈਂ ਨਹੀਂ ਖਾਣਾ ਇਹ। ਹੁਣ ਉਹ ਮੋਹਤਵਾਰ ਬੰਦਾ ਪਿੰਡ ਦਾ, ਤੇ ਮੋਹਤਵਾਰ ਬੰਦੇ ਨੂੰ ਕੋਈ ਫਕੀਰ ਸਾਧੂ ਇਸ ਤਰ੍ਹਾਂ ਕਹਿ ਦੇਵੇ ਤੇ ਫਿਰ ਤਾਂ ਉਹਦੀ ਕੱਖ ਵੀ ਨਹੀਂ ਰਹਿੰਦਾ। ਗੁੱਸੇ 'ਚ ਕਹਿੰਦਾ ਕਿੱਥੇ ਆ ਖੂਨ ਵਿਖਾ। ਤੇ ਪਾਤਸ਼ਾਹ ਜੀ ਦੇ ਮਗਰ ਖੜਾ ਸੀਗਾ ਕਿਰਤੀ ਸਿੱਖ ਭਾਈ ਲਾਲੋ। ਉਹ ਮਗਰ ਹੀ ਭੱਗ ਗਿਆ ਸੀਗਾ। ਜਦੋਂ 2-3 ਵਾਰੀ ਸੱਦਾ ਭੇਜ ਕੇ ਸੱਦਿਆ ਬਾਬਾ ਜੀ ਨੂੰ, ਕਹਿੰਦੇ ਲਾਲੋ ਘਰੇ ਕੋਈ ਪ੍ਰਸ਼ਾਦਾ ਪਿਆ ਹੋਣਾ ਜਾਂ ਲੈ ਕੇ ਆ। ਤੇ ਲਾਲੋ ਘਰੇ ਗਿਆ ਤੇ ਬਾਜਰੇ ਦਾ ਪ੍ਰਸ਼ਾਦਾ ਪੌਣੇ 'ਚ ਲਪੇਟ ਕੇ ਲੈ ਆਇਆ। ਔਰ ਸਤਿਗੁਰਾਂ ਨੇ ਲਾਲੋ ਦਾ ਪ੍ਰਸ਼ਾਦਾ ਸੱਜੇ ਹੱਥ 'ਚ ਫੜਿਆ ਤੇ ਉਹਦੀਆਂ ਪੂਰੀਆਂ ਖੱਬੇ ਹੱਥ 'ਚ ਫੜੀਆਂ, ਤੇ ਇਉਂ ਜਦ ਨੱਪੀਆਂ ਤੇ ਗੁਰੂ ਪਿਆਰਿਓ ਪ੍ਰਸ਼ਾਦਾ ਜੋ ਲਾਲੋ ਦਾ ਸੀ ਉਹਦੇ ਵਿੱਚੋਂ ਦੁੱਧ ਦੀ ਧਾਰ ਵਗੀ ਤੇ ਉਹਦੇ ਵਿੱਚੋਂ ਖੂਨ ਵਗਿਆ।
ਤੇ ਖਾਣ ਵਾਲੇ ਸਾਰੇ ਹੀ ਗੁਰੂ ਪਿਆਰਿਓ ਥੁੱਕਦੇ ਫਿਰਨ ਵੀ ਆਹ ਕੀ ਹੋ ਗਿਆ, ਆਪਾਂ ਖੂਨ ਵਾਲਾ ਪ੍ਰਸ਼ਾਦਾ ਖਾ ਲਿਆ, ਇਹ ਖੂਨ ਕਿੱਥੋਂ ਆ ਗਿਆ। ਉਹ ਕਹਿਣ ਲੱਗੇ ਖੂਨ ਆਇਆ ਲੋਕਾਂ ਦਾ, ਜਿਹੜਾ ਲੁੱਟ ਮਾਲ ਦਾ ਮਾਲ ਇਕੱਠਾ ਕਰਕੇ ਜਿਹੜੀ ਤੁਸੀਂ ਇਹ ਲੰਗਰ ਬਣਾਇਆ ਨਾ, ਇਹ ਖੂਨ ਉੱਥੋਂ ਆਇਆ। ਇਹਦੇ ਘਰੇ ਰੋਜ਼ ਬ੍ਰਹਮ ਭੋਜ ਚੱਲਦਾ ਭਾਈ ਲਾਲੋ ਦੇ ਘਰੇ, ਜਿੱਥੇ ਅਸੀਂ 2 ਟਾਈਮ ਪ੍ਰਸ਼ਾਦਾ ਛਕਦੇ ਹਾਂ। ਤੇਰੇ ਘਰ ਦਾ ਭੋਜਨ ਖਾ ਕੇ ਤਾਂ ਬੰਦੇ ਦੀ ਭਜਨ ਬੰਦਗੀ ਖਤਮ ਹੋ ਜਾਊਗੀ। ਕਹੋ ਸਤਨਾਮ। ਇਸ ਕਰਕੇ ਉਸ ਮਲਕ ਭਾਗੋ ਨੇ ਮਾਫੀ ਨਹੀਂ ਮੰਗੀ, ਬਾਅਦ ਵਿੱਚ ਵੀ ਗੁਰੂ ਸਾਹਿਬ ਨੂੰ ਆਪਦੇ ਜਣੇ ਸਬਕ ਸਿਖਾਉਣ ਦੀ ਸਲਾਹ ਬਣਾਈ। ਤੇ ਇੱਕ ਰਾਜੇ ਨੂੰ ਕਹਿਣ ਲੱਗਿਆ, ਜਿਹਦੇ ਕੋਲੇ ਮੰਤਰੀ ਸੀਗਾ, ਉਹਦਾ ਪੁੱਤਰ ਮਰਨ ਕਿਨਾਰੇ ਪਿਆ ਸੀਗਾ। ਉਹ ਕਹਿੰਦਾ ਯਾਰ ਕੋਈ ਜੁਗਤੀ ਦੱਸ, ਮੇਰਾ ਬੱਚਾ ਠੀਕ ਨਹੀਂ ਹੋ ਰਿਹਾ, ਬੜੀਆਂ ਦਵਾਈਆਂ ਕੀਤੀਆਂ। ਕਹਿੰਦਾ ਜੀ ਕਿਸੇ ਸਾਧੂ ਨੂੰ ਫੜੋ। ਕਹਿੰਦੇ ਸਾਧੂ ਵੀ ਬਥੇਰੇ ਦੇਖ ਲਏ, ਕਿਤੋਂ ਵੀ ਗੱਲ ਨਹੀਂ ਬਣੀ। ਸ਼ੱਕਰਾਂ ਸ਼ੀਰਨੀਆਂ ਬੜੀਆਂ ਬਣਤੀਆਂ। ਪਠਾਨ ਰਾਜਾ ਸੀ, ਮੁਸਲਮਾਨ ਰਾਜਾ ਸੀ ਉਹ। ਤਾਂ ਇਸ ਦੀ ਸੂਈ ਗਈ ਬਾਬੇ ਨਾਨਕ ਤੇ। ਕਹਿੰਦਾ ਇੱਕ ਆਪਣੇ ਪਿੰਡ 'ਚ ਆਇਆ ਨਾਨਕ ਫਕੀਰ, ਉਹਨੂੰ ਕਹੇ ਉਹ ਤੇਰੇ ਮੁੰਡੇ ਨੂੰ ਠੀਕ ਕਰ ਸਕਦਾ, ਉਹ 'ਚ ਤਾਕਤ ਹੈਗੀ, ਪਰ ਉਹਨੇ ਕਰਨਾ ਨਹੀਂਗਾ, ਤੇ ਫੜ ਕੇ ਅੰਦਰ ਕਰਦੀ। ਕਹੋ ਸਤਨਾਮ। ਤੇ ਉਹਨੇ ਬੰਦੇ ਭੇਜ ਕੇ ਧੰਨ ਗੁਰੂ ਨਾਨਕ ਦੇਵ ਜੀ ਨੂੰ ਬੁਲਾ ਲਿਆ। ਪਹਿਲਾਂ 1-2 ਵਾਰੀ ਸੱਦਿਆਂ ਤਾਂ ਬਾਬਾ ਜੀ ਨਾ ਗਏ। ਜਾਂ ਤੀਜੀ ਵਾਰ ਬੰਦੇ ਭੇਜੇ ਵੀ ਤੈਨੂੰ ਰਾਜੇ ਨੇ ਸੱਦਿਆ, ਜਲਦੀ ਚਲੋ। ਪਾਤਸ਼ਾਹ ਚਲੇ ਗਏ। ਕਹਿੰਦੇ ਹਾਂ ਰਾਜੇ, ਦੱਸ ਕੀ ਗੱਲ ਹੈ ਭਾਈ। ਕਹਿੰਦਾ ਗੱਲ ਸੁਣ ਲਾ ਨਾਨਕ ਫਕੀਰਾ, ਮੇਰਾ ਮੁੰਡਾ ਪਿਆ ਬਿਮਾਰ, ਉਹਨੂੰ ਠੀਕ ਕਰ ਦੇ, ਨਹੀਂ ਤਾਂ ਮੈਂ ਤੈਨੂੰ ਜੇਲ੍ਹ 'ਚ ਕਰ ਦੂੰਗਾ ਔਰ ਖਾਣ ਪੀਣ ਨੂੰ ਕੁਛ ਨਹੀਂ ਦੇਣਾ। ਕੋਈ ਸਤਨਾਮ। ਕਿਉਂਕਿ ਉਹਨਾਂ ਸਮਿਆਂ 'ਚ ਬਾਬੇ ਨਾਨਕ ਦੀ ਪਛਾਣ ਕਿਸੇ ਕਿਸੇ ਨੂੰ ਆਉਂਦੀ ਸੀ। ਹੁਣ ਪਤਾ ਲੱਗਿਆ ਵੀ ਉਹ ਕੌਣ ਸੀ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਕਹਿਣ ਲੱਗੇ, ਰਾਜਾ ਸਾਹਿਬ ਜਿਹੜੇ ਮੁੰਡੇ ਦੇ ਮੂੰਹ ਵਿੱਚ ਐਡੀਆਂ ਐਡੀਆਂ ਗੱਲਾਂ ਕਰਦਾ, ਪਤਾ ਮਗਾ ਜਿਉਂਦਾ ਵੀ ਹੈ ਕਿ ਮਰ ਗਿਆ। ਕੋਈ ਸਤਨਾਮ। ਬਸ ਇੱਧਰੋਂ ਮਰ ਗਿਆ ਕਿਹਾ ਤੇ ਉਹ ਮਰ ਗਿਆ। ਇਹਨੇ ਇੱਕ ਨੌਕਰ ਭੇਜਿਆ ਘਰੇ ਪਤਾ ਕਰਨ ਵਾਸਤੇ। ਉਧਰੋਂ ਇੱਕ ਨੌਕਰ ਭੱਜਿਆ ਆਉਂਦਾ, ਰਾਹ 'ਚ ਦੋਨੇ ਇਕੱਠੇ ਹੋ ਗਏ ਔਰ ਗੁਰੂ ਪਿਆਰਿਓ ਗੱਲ ਕਰਦੇ ਆ, ਕਿਵੇਂ ਭੱਜਿਆ ਆਉਣਾ। ਕਹਿੰਦੇ ਰਾਜੇ ਦਾ ਮੁੰਡਾ ਮਰ ਗਿਆ, ਹੁਣੇ ਮਰਿਆ। ਕਹੋ ਸਤਨਾਮ। ਹੁਣ ਇਹੀ ਰਾਜਾ ਕਿਤੇ ਬੇਨਤੀ ਕਰਦਾ ਨਿਮਰਤਾ ਸਹਿਤ, ਤੇ ਪਾਤਸ਼ਾਹ ਤਾਂ ਮਰੇ ਨੂੰ ਵੀ ਜਿਉਂਦਾ ਕਰ ਦਿੰਦੇ। ਠੀਕ ਕਰਨਾ ਤਾਂ ਕੋਈ ਵੱਡੀ ਗੱਲ ਨਹੀਂ ਸੀ ਉਹਨਾਂ ਵਾਸਤੇ। ਇਸ ਕਰਕੇ ਸਾਧੂਆਂ ਦੀ ਸੰਗਤ ਬੜੀ ਜ਼ਰੂਰੀ ਹੈ। ਜਿਨ੍ਹਾਂ ਦੇ ਘਰ ਵਿੱਚ ਨਿਮਰਤਾ ਗਰੀਬੀ ਪਿਆਰ ਵਸਦਾ ਹੈ, ਉੱਥੇ ਹੀ ਗ੍ਰਹਿ ਸ਼ੁੱਧ ਹੈ। ਇਹੀ ਖੂਬ ਕਲਕੰਤ ਅੱਜ ਦੇ ਲੋਕ ਵਿੱਚ ਇਹ ਇਲਾਹੀ ਸੁੰਦਰਤਾ ਹੈ। ਭਾਈ ਮਰਦਾਨੇ ਨੂੰ ਕਹਿੰਦੇ, ਮਰਦਾਨੇ ਆ ਪਾਣੀ ਲਿਆ ਕਿਸੇ ਦੇ ਘਰੋਂ ਪੀਣ ਨੂੰ। ਕਹਿੰਦੇ ਜੀ ਲੈ ਆਓ ਨਾ। ਸੁੱਚਾ ਪਾਣੀ ਲੈ ਕੇ ਆਈ, ਸੁੱਚਾ। ਕਹਿੰਦੇ ਚੱਲਦਾ ਚੱਲਦਾ ਗਿਆ ਭਾਈ ਮਰਦਾਨਾ, ਨਿਗਾਹ ਮਾਰਦਾ ਜਾਂਦਾ, ਘਰਾਂ 'ਚ ਬੱਚੇ ਖੇਡਦੇ ਹੁੰਦੇ ਆ। ਇੱਕ ਘਰ ਵਿੱਚ ਗਿਆ, ਕੱਲੀ ਮਾਈ ਬੈਠੀ ਆ ਵਿਹੜੇ 'ਚ ਔਰ ਕੋਈ ਬਾਲ ਬੱਚਾ ਨਹੀਂ। ਬੜੀ ਸਫਾਈ ਕੀਤੀ ਹੈ, ਬੌਕਰ ਮਾਰੀ ਹੈ। ਕਹਿੰਦੇ ਵੀ ਆਹ ਪਾਣੀ ਸਾਫ਼ ਹੋਣਾ। ਉੱਥੋਂ ਲੈ ਗਿਆ ਭਰ ਕੇ। ਬਾਬਾ ਜੀ ਕਹਿੰਦੇ ਕਿੱਥੋਂ ਲਿਆਇਆ। ਕਹਿੰਦੇ ਮਹਾਰਾਜ ਕਿਸੇ ਬੱਚੇ ਨੇ ਹੱਥ ਨਹੀਂ ਪਾਇਆ। ਉਸ ਘਰ ਵਿੱਚ ਕੱਲੀ ਮਾਈ ਆ, ਸੁੱਚਾ ਪਾਣੀ ਆ, ਘੜੇ ਧੋਸ ਮਾਰ ਕੇ ਮਾਂਜ ਕੇ ਭਰੇ ਆ, ਬੜੀ ਸਫਾਈ ਸੀ। ਬਾਬਾ ਜੀ ਕਹਿੰਦੇ ਮਰਦਾਨੇ ਆ ਉੱਥੇ ਸੁੱਚਤਾ ਹੈ ਨਹੀਂ ਗੀ ਜਿੱਥੇ ਪਰਮੇਸ਼ਰ ਦੀ ਕਿਰਪਾ ਹੀ ਨਹੀਂ ਹੋਈ। ਕਹੋ ਸਤਨਾਮ। ਉਹ ਘਰ ਸੁੱਚਾ ਹੋ ਸਕਦਾ ਜਿੱਥੇ ਕਿਰਤ ਹੁੰਦੀ ਹੈ। ਭਾਵੇਂ ਬੱਚੇ ਘੜਿਆਂ ਦੇ ਵਿੱਚੋਂ ਹੀ ਭਰਦੇ ਹੋਣ ਤੇ ਵਿੱਚੇ ਮੁੜ ਕੇ ਪਾਉਂਦੇ ਹੋਣ, ਅਸਲ ਵਿੱਚ ਜਿਹੜਾ ਹੈ ਸੱਚੀ ਸੁੱਚੀ ਕਿਰਤ ਵਾਲਾ ਬਾਣਾ, ਸੱਚੀ ਸੁੱਚੀ ਕਿਰਤ ਵਾਲਾ ਭੋਜਨ ਪਾਣੀ ਹੀ ਸੱਚਾ ਸੁੱਚਾ ਹੁੰਦਾ ਹੈ। ਇਹੋ ਹੀ ਸਭ ਤੋਂ ਸੁੰਦਰਤਾ ਹੈ ਪਿਆਰੀ, ਇਹ ਮੈਨੂੰ ਚੰਗੀ ਲੱਗਦੀ ਹੈ। ਪੰਜਵੀਂ ਪੰਥ ਸਿਓ ਗੁਰੂ ਤੇਰਾ, 26 ਗੁਰ ਟਿਕ ਬ੍ਰਿਧ। ਤੋ ਅਗਲੀ ਬੇਨਤੀ ਕਰਦੇ ਹੈ, ਤਸਗਰ ਗੁਰੂ ਕਾ 24 ਕਟਾਰੀ ਸਿੱਧ। ਗੁਰੂ ਪਿਆਰਿਓ ਸ਼ਾਸਤਰਾਂ ਨੂੰ ਚਲਾਉਣ ਵਾਲੇ ਸ਼ਾਸਤਰਾਂ ਦੇ ਉੱਤੇ ਸਿਮਰਨ ਭਜਨ ਬੰਦਗੀ ਕਰਕੇ ਆਪਣੇ ਸ਼ਾਸਤਰਾਂ ਨੂੰ ਸਿੱਧ ਕਰ ਲੈਂਦੇ ਆ। ਫਿਰ ਉਹ ਆਪਣੀ ਸੋਚ ਦੇ ਨਾਲ ਸ਼ਾਸਤਰ ਨੂੰ ਜਿੱਧਰ ਛੱਡਦੇ ਆ ਉੱਥੇ ਜਾ ਕੇ ਵੱਜਦਾ। ਜਿਵੇਂ ਪਾਂਡੂ ਨੇ ਆਪਣਾ ਤੀਰ ਚਲਾਇਆ ਸੀਗਾ, ਗੁਰੂ ਪਿਆਰਿਓ ਉੱਪਰਲੇ ਪਾਸੇ ਇੱਕ ਮੱਛੀ ਘੁੰਮ ਰਹੀ ਆ, ਥੱਲੇ ਕੜਾਹੇ ਤੇਲ ਦੇ ਕੜਾਹੇ 'ਚ ਉਹਦਾ ਪਰਛਾਵਾਂ ਘੁੰਮ ਰਿਹਾ ਹੈ। ਤੇ ਪਰਛਾਵੇਂ 'ਚੋਂ ਦੇਖ ਕੇ ਮੱਛੀ ਦੀ ਅੱਖ ਬਿੰਨਣੀ ਹੈ। ਤੇ ਪਾਂਡੂ ਨੇ ਆਪਣੇ ਸ਼ਾਸਤਰ ਨੂੰ ਸਿੱਧ ਕੀਤਾ ਹੋਇਆ ਸੀਗਾ, ਤੇ ਉਸ ਨੇ ਉਹ ਤੇਲ ਦੇ ਕੜਾਹੇ ਵਿੱਚ ਘੁੰਮਦੀ ਹੋਈ ਮੱਛੀ ਨੂੰ ਵੇਖਦਿਆਂ ਹੋਇਆਂ ਤੀਰ ਛੱਡਿਆ ਤੇ ਉਹਦੀ ਅੱਖ ਨੂੰ ਬਿੰਨ ਗਿਆ। ਭਾਵ ਸ਼ਾਸਤਰਾਂ ਦੀ ਸਿਖਲਾਈ ਅਭਿਆਸ ਸਿੱਧ ਕਰਨ ਵਾਸਤੇ ਵੀ ਸਾਨੂੰ ਅਰਦਾਸ
गुरु अगे करनी चाहिए जी। पंचमी पंथ सो गुरु तेरा छपी गुर टिक बहंद। और अगली बेनती है कि गुरु दे अगे अरदास करो कि साडी इज्जत रह जावे। प्रीतम दा बचन है कि महाराज कृपा करो, जिवें तुसी मैनू प्रेम पटोला दिता, ਹੁਣ ਪਟੋਲਾ ਕੱਪੜੇ ਨੂੰ ਕਹਿੰਦੇ ਆ, ਪਰ ਇੱਥੇ ਪ੍ਰੇਮ ਦਾ ਮਤਲਬ ਹੈ ਗੁਰੂ ਦੀ ਕਿਰਪਾ ਦਾ ਕੱਪੜਾ ਜਿਹਦੇ ਨਾਲ ਸਾਡੀ ਇੱਜ਼ਤ ਰਹਿਣੀ ਹੈ। ਭਗਤ ਜਨਾ ਕਾ ਲੂਗਰਾ ਓੜ ਨਗਰ ਨਾ ਹੋਈ, ਸਾਕਤ ਸਿਰ ਪਾਉ ਰੇਸ਼ਮੀ ਪਹਿਰ ਤਪਤ ਖੋਈ। ਸਾਕਤਾਂ ਦੇ ਰੇਸ਼ਮੀ ਕੱਪੜੇ ਵੀ ਤੇਰੀ ਇੱਜ਼ਤ ਨਹੀਂ ਰੱਖ ਸਕਦੇ। ਗੁਰੂ ਦਾ ਬਖਸ਼ਿਆ ਸਰੋਪਾ, ਸਾਧੂਆਂ ਦਾ ਬਖਸ਼ਿਆ ਸਰੋਪਾ ਵੀ ਤੇਰੀ ਦਰਗਾਹ ਵਿੱਚ ਇੱਜ਼ਤ ਰੱਖ ਸਕਦਾ। ਕੋ ਸਤਨਾਮ। ਤਾਂ ਗੁਰੂ ਅੱਗੇ ਬੇਨਤੀ ਕਰੀਏ ਕਿ ਮਹਾਰਾਜ ਸਾਡੀ ਹਰ ਥਾਂ 'ਤੇ ਇੱਜ਼ਤ ਰਹਿ ਆਵੇ। ਤੇ ਪਾਤਸ਼ਾਹ ਕਰੇ ਫਿਰ ਕਿਵੇਂ ਅਰਦਾਸ ਕਰੀਏ ਭਲਾ? ਪ੍ਰੇਮ ਪਟੋਲਾ ਤੈਸੈ ਦੇਤਾ ਢੱਕਣ ਕੋ ਪਤ ਮੇਰੀ, ਨਾਨਾ ਬੀਨਾ ਸਾਈ ਮੈਂਡਾ ਨਾਨਕ ਸਾਰ ਨਾ ਜਾਣਾ ਤੇਰੀ। ਮੈਨੂੰ ਤੇਰੇ ਬਾਰੇ ਪੂਰਾ ਤਾਂ ਨਹੀਂ ਪਤਾ, ਤੂੰ ਕਿਤਨਾ ਸਿਆਣਾ ਹੈ, ਕਿਤਨਾ ਮਹਾਨ ਹੈ, ਮੈਂ ਨਹੀਂ ਜਾਣਦਾ, ਪਰ ਇਹ ਗੱਲ ਮੈਂ ਜਾਣਦਾ ਤੈਂਡੇ ਸਿਮਰਨ ਹਬ ਕਿਛ ਲਦਮ, ਬਿਖਮ ਨ ਡਿਠਮ ਕੋਈ, ਜਿਸ ਪਤ ਰੱਖੈ ਸੱਚਾ ਸਾਹਿਬ ਨਾਨਕ ਮੇਟ ਨਾ ਸਕੈ ਕੋਈ। ਉਹਨਾਂ ਦੀ ਇੱਜ਼ਤ ਕੋਈ ਬਰਾਨ ਨਹੀਂ ਕਰ ਸਕਦਾ ਜਿਨ੍ਹਾਂ ਦੇ ਹੱਥ ਵਿੱਚ ਗੁਰੂ ਪਿਆਰਿਓ ਗੁਰੂ ਦੀ ਬਖਸ਼ਿਸ਼ ਹੁੰਦੀ ਹੈ, ਜਿਹੜੇ ਗੁਰੂ ਅੱਗੇ ਬੇਨਤੀ ਕਰਦੇ ਹਨ। ਇਸ ਕਰਕੇ ਸਾਨੂੰ ਗੁਰੂ ਦੇ ਅੱਗੇ ਬੇਨਤੀ ਕਰਨੀ ਚਾਹੀਏ ਕਿ ਮਹਾਰਾਜ ਕੱਲ੍ਹ ਨੂੰ ਜਿਉਂਦਿਆਂ ਹੋਇਆਂ ਤੁਹਾਡੇ ਚਰਨਾਂ ਵਿੱਚ ਵਸੀਏ ਤੇ ਸਰੀਰ ਤਿਆਗ ਕੇ ਵੀ ਤੁਹਾਡੇ ਚਰਨਾਂ ਦੇ ਵਿੱਚ ਰਹੀਏ ਜੀ। 101 ਅਰਦਾਸ ਕਰ ਸੋ ਬਰਸਾ ਕੀ ਦੁਖ। ਇਸ ਤਰ੍ਹਾਂ ਪਾਤਸ਼ਾਹ ਜੀ ਕਹਿੰਦੇ ਜੇ ਸਿੱਖ ਇਦਾਂ ਦਾ ਜੀਵਨ ਬਤੀਤ ਕਰੇ ਤਾਂ 100 ਸਾਲਾਂ ਦੇ ਪਾਪਾਂ ਦਾ ਵੀ ਖਾਤਮਾ ਹੋ ਜਾਵੇਗਾ। ਭਾਵ ਰੋਜ਼ਾਨਾ ਅਰਦਾਸ ਵਿੱਚ ਰਹੇ, ਗੁਰੂ ਦੇ ਅੱਗੇ ਝੁਕਿਆ ਰਹੇ, ਜੁੜਿਆ ਰਹੇ ਤੇ 100 ਸਾਲ ਤੱਕ ਦਾ ਵੀ ਜਿਹੜਾ ਹੈ ਪਾਤਸ਼ਾਹ ਜੀ ਕਹਿੰਦੇ ਜਿਹੜੇ ਕੀਤੇ ਹੋਏ ਪਾਪ ਕਰਮ ਹਨ ਉਹ ਖਤਮ ਹੋ ਜਾਂਦੇ ਆ ਤੇ ਜੀਵ ਦਾ ਉਧਾਰ ਹੋ ਜਾਂਦਾ ਹੈ ਜੀ। ਗੁਰੂ ਗਵਾਵੇ ਸਿੱਖ ਕੇ ਪਾਵੇ ਗੁਰ ਪਦ ਮੋਖ। ਔਰ ਇਸ ਤਰ੍ਹਾਂ ਗੁਰੂ ਸਿੱਖ ਦੇ 100 ਦਰਸ਼ਾਂ ਦੇ 100 ਬਰਸਾਂ ਦੇ ਦੂਸ਼ਣ ਗੁਰੂ ਖਤਮ ਕਰਕੇ ਗਵਾਵੇ, ਖਤਮ ਕਰਕੇ ਉਹ ਸਿੱਖ ਨੂੰ ਆਪਣੇ ਚਰਨ ਬਖਸ਼ਦਾ ਹੈ, ਚਰਨਾਂ ਦੀ ਸਮੀਪਤਾ ਬਖਸ਼ਦਾ ਹੈ, ਚਰਨ ਮੁਕਤੀ ਬਖਸ਼ਦਾ ਹੈ, ਆਪਣੇ ਚਰਨਾਂ ਦੇ ਨੇੜੇ ਰੱਖ ਲੈਂਦਾ ਜੀ। ਸੋ ਅਰਦਾਸੀ ਅਜੋਗ ਹੈ ਤਾਂ ਕਿ ਪੂਜੇ ਪਾਏ। ਇਹੋ ਜਿਹਾ ਸਿੱਖ ਮੈਨੂੰ ਚੰਗਾ ਲੱਗਦਾ ਜਿਹੜਾ ਹਮੇਸ਼ਾ ਹੀ ਇੱਦਾਂ ਗੁਰੂ ਨਾਲ ਜੁੜਿਆ ਰਵੇ, ਅਰਦਾਸ ਬੇਨਤੀ ਕਰਦਾ ਰਵੇ ਅਤੇ ਗੁਰੂ ਨੂੰ ਪੂਜਦਾ ਹੈ। ਮੈਨੂੰ ਉਹ ਬਹੁਤ ਚੰਗਾ ਲੱਗਦਾ ਹੈ। ਆਪ ਜਪੈ ਅਵਰੈ ਨਾਮ ਜਪਾਵੈ। ਸਤਿਗੁਰ ਪਾਤਸ਼ਾਹ ਜੀ ਕਹਿੰਦੇ ਸੋ ਸਿੱਖ ਮੇਰੇ ਮਨ ਭਾਵੈ। ਉਹ ਸਿੱਖ ਮੈਨੂੰ ਬਹੁਤ ਚੰਗਾ ਲੱਗਦਾ ਹੈ ਜੀ। ਸਿੱਖ ਸੁਖੀ ਸੋ ਹੋਏਗਾ ਸੋ ਅਰਦਾਸ ਕਰਾਏ। ਔਰ ਸਿੱਖ ਨੂੰ ਦੁੱਖਾਂ ਦਾ ਖਾਤਮਾ ਕਰਨ ਵੇਲੇ ਖਾਤਮ ਕਰਨ ਵਾਸਤੇ ਹਮੇਸ਼ਾ ਅਰਦਾਸ ਗੁਰੂ ਅੱਗੇ ਕਰਨੀ ਚਾਹੀਦੀ ਹੈ। ਗੁਰੂ ਗੁਰੂ ਕਰਨਾ ਚਾਹੀਦਾ ਹੈ, ਉਹ ਸੁਖੀ ਵਸੇਗਾ। ਸਤਿਗੁਰ ਹਿਤ ਦਸਵੰਦ ਦੇ ਸਿੱਖੀ ਜੁਗਤ ਰਹਾਏ। ਸਿੱਖੀ ਦੇ ਰੀਤੀ ਰਿਵਾਜ ਵਿੱਚ ਰਹੇ ਤੇ ਗੁਰੂ ਦਾ ਹਿੱਸਾ ਕੱਢਦਾ ਰਹੇ। ਜੋ ਬਾਬੇ ਕੇ ਦਾਮ ਨ ਦੇ ਹੈ ਤੋ ਬਾਬਰ ਕੇ ਗਹਿ ਲੈ ਹੈ। ਦਸਵਾਂ ਦਸਾਉਣ ਜਿਹੜਾ ਹੈ 100 ਚੋਂ 10 ਰੁਪਏ ਆਮਦਨ ਦੇ ਵਿੱਚੋਂ ਜਿਹੜੀ ਅਸੀਂ ਆਮਦਨ ਕਰਦੇ ਹਾਂ, ਜੇ ਤੁਹਾਡੀ ਗੁਰੂ ਪਿਆਰਿਓ ਕਿਸੇ ਡਿਊਟੀ ਦੀ ਤਨਖਾਹ ਹੈ, ਚਾਹੇ ਵਪਾਰ ਦੇ ਵਿੱਚੋਂ ਆਮਦਨ ਹੋਈ, ਉਸ ਮੁਨਾਫੇ ਦੇ ਵਿੱਚੋਂ ਜਿਹੜਾ 10ਵਾਂ ਹਿੱਸਾ ਗੁਰੂ ਦਾ ਕੱਢਣਾ ਚਾਹੀਏ। ਜਿਵੇਂ ਧਿਆਨ ਸਿੰਘ ਨੇ ਜੋ ਘਰੋਂ 605 ਰੁਪਏ ਦੇ ਕੇ ਉਹ ਸਿੱਖ ਤੋਂ ਸ਼ਬਦ ਲੈ ਲਿਆ ਸੀ, ਉਹਨੇ ਖੇਤ ਜਾ ਕੇ ਜਦ ਹਲ ਜੋੜਿਆ ਤੇ ਉਹਦੇ ਖੇਤ ਵਿੱਚੋਂ ਮਟਕਾ ਮੋਹਰਾਂ ਦਾ ਨਿਕਲਿਆ ਤੇ ਉਸ ਨੇ ਪਹਿਲਾਂ ਗੁਰੂ ਦਾ ਹਿੱਸਾ ਕੱਢਿਆ, ਉਹਦੇ ਵਿੱਚੋਂ 10ਵਾਂ ਦਸਾਉਣ ਤੋਂ ਅੱਗੇ ਕਹਾਣੀ ਆਵੇਗੀ ਸਾਰੀ। ਇਸ ਕਰਕੇ ਸਿੱਖ ਨੂੰ ਹਮੇਸ਼ਾ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਨੀ ਚਾਹੀਏ, ਦਸਵੰਧ ਕੱਢ ਕੇ ਗੁਰੂ ਦੇ ਹਿੱਤ ਲਾਉਣਾ ਚਾਹੀਏ। ਇਹ ਹੈ ਸਿੱਖੀ ਦੀ ਅਸਲੀ ਜੁਗਤ। ਹਮੇਸ਼ਾ ਇਹਦੇ ਵਿੱਚ ਰਹੋ ਜੀ। ਨਾਹਨ ਦਾਨ ਸਤਨਾਮ ਮੈਂ ਵਰਤੇ ਬੈਸ ਬਿਤਾਏ। ਔਰ ਨਹਾਨ ਦਾਨ ਸਤਨਾਮ ਮੈਂ
ਨਹਾਉਣਾ, ਇਸ਼ਨਾਨ ਕਰਨਾ ਹੁੰਦਾ ਹੈ, ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ, ਇੱਕ ਇਹ ਨਹਾਉਣਾ ਹੈ। ਔਰ ਦੂਸਰਾ ਸਿਮਰਨ ਭਜਨ ਕਰਨਾ। ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੇ ਰੰਗ, ਇਹ ਵੀ ਇਸ਼ਨਾਨ ਹੈ। ਤੇ ਇਸ ਕਰਕੇ ਸਿੱਖ ਹਮੇਸ਼ਾ ਇੱਦਾਂ ਦਾ ਇਸ਼ਨਾਨ ਕਰਦਾ ਰਹੇ। ਇਸ਼ਨਾਨ ਦਾਨ ਸਤਨਾਮ ਮੈਂ ਵਰਤੇ ਬੈਸ ਬਿਤਾਏ, ਸਾਰੀ ਜ਼ਿੰਦਗੀ ਇਸ ਤਰ੍ਹਾਂ ਗੁਰਮਤਿ ਅਨੁਸਾਰ ਬਤੀਤ ਕਰੇ ਜੀ। ਪਰ ਨਾਰੀ ਤਨ ਛੋੜ ਕੇ ਨਿਸ਼ਚੈ ਗੁਰਪਦ ਸ਼ਰਨਾ। ਪਰਾਇਆ ਤਨ ਤੇ ਪਰਾਇਆ ਧਨ ਇਹਦੇ ਵੱਲ ਕੋਈ ਆਸ ਨਹੀਂ ਰੱਖਣੀ। ਸਿੱਖ ਨੇ ਕਦੇ ਵੀ ਪਰ ਨਾਰੀ ਦਾ ਖਿਆਲ ਕਰਨਾ ਗਲਤ ਸੋਚ ਨਾਲ, ਪਰਾਏ ਧਨ ਦਾ ਕਿਸੇ ਦੀ ਜਿਹੜੀ ਹੈ ਆਮਦਨ ਉਸ ਦਾ ਧਿਆਨ ਧਰਨਾ ਇਹ ਗਲਤ ਹੈ ਸਿੱਖ ਦੇ ਵਾਸਤੇ। ਸਿੱਖ ਨੂੰ ਹਮੇਸ਼ਾ ਪਰ ਨਾਰੀ ਤੇ ਪਰਾਏ ਧਨ ਦਾ ਖਿਆਲ ਛੱਡ ਕੇ ਗੁਰੂ ਦੇ ਚਰਨਾਂ ਤੇ ਭਰੋਸਾ ਰੱਖਣਾ ਚਾਹੀਏ ਜੀ। ਬਾਣੀ ਸਤਿਗੁਰ ਕੀ ਪੜ੍ਹੈ, ਕਾਟੇ ਜਨਮਾ ਮਰਨ। ਔਰ ਗੁਰੂ ਤੇ ਭਰੋਸਾ ਰੱਖ ਕੇ ਜੀਵਨ ਬਤੀਤ ਕਰੇ। ਔਰ ਗੁਰੂ ਜਿਹੜਾ ਹੈ ਸਾਡੇ ਜੰਮਣ ਮਰਨ ਤੱਕ ਦੇ ਕਰਮਾਂ ਨੂੰ ਕੱਟ ਦਿੰਦਾ ਜੀ। ਭਜਨ ਨਾਮ ਸਿੱਖ ਨ ਕਰੈ, ਮੂਏ ਬੰਦ ਨ ਰੋਦਨ ਧਰੈ। ਔਰ ਮੇਰੇ ਸਿੱਖ ਨੇ ਇਹ ਜਿਹੜੇ ਕੁਰੀਤੀਆਂ ਜਾਂ ਰੀਤੀ ਰਿਵਾਜ ਹਿੰਦੂ ਮਤ ਵਿੱਚ ਹਨ, ਇਹ ਸਿੱਖ ਨੇ ਨਹੀਂ ਧਾਰਨ ਕਰਨੇ। ਭਜਨ ਕਰਨਾ ਕੀ ਹੁੰਦਾ ਹੈ? ਜਦੋਂ ਕੋਈ ਬਜ਼ੁਰਗ ਮਰ ਜਾਂਦਾ ਹੈ ਨਾ, ਤੇ ਹਿੰਦੂ ਲੋਕ ਜਾਂਦੇ ਹੈ ਫੁੱਲ ਪਾਉਣ ਵਾਸਤੇ ਹਰਿਦੁਆਰ ਗੰਗਾ 'ਤੇ। ਔਰ ਉੱਥੇ ਜਿਹੜੇ ਪਾਂਡੇ ਬੈਠੇ ਨੇ ਉਹ ਕਹਿੰਦੇ ਤੁਹਾਡੇ ਬਜ਼ੁਰਗ ਦੀ ਮੁਕਤੀ ਤਾਂ ਹੋਊਗੀ ਜੇ ਤੁਸੀਂ ਸਿਰ ਦੇ ਕੇਸ ਕਟਾਓਗੇ। ਮੇਰਾ ਖਿਆਲ ਹੈ ਬੜੀ ਸੋਚੀ ਸਮਝੀ ਇਹ ਸਾਜ਼ਿਸ਼ ਹੈ। ਜੇ ਕਿਸੇ ਬੱਚੇ ਦੇ ਇੱਕ ਵਾਰੀ ਕੇਸ ਕੱਟ ਦਈਏ ਮੁੜ ਕੇ ਉਹ ਕੇਸ ਰੱਖਣ ਦੀ ਸਲਾਹ ਨਹੀਂ ਕਰਦਾ। ਕੋ ਸਤਨਾਮ। ਸੋਚੀ ਸਮਝੀ ਸਾਜ਼ਿਸ਼ ਆ ਉਹਨਾਂ ਸਮਿਆਂ ਦੀ ਜਦੋਂ ਗੁਰੂਆਂ ਨੇ ਕੇਸ ਰੱਖਣ ਦਾ ਹੁਕਮ ਦਿੱਤਾ। ਬਾਬੇ ਨਾਨਕ ਨੇ ਸਭ ਤੋਂ ਪਹਿਲਾਂ ਭਾਈ ਮਰਦਾਨੇ ਨੂੰ ਕੇਸ ਦਾੜਾ ਰੱਖਣ ਦਾ ਹੁਕਮ ਦਿੱਤਾ ਸੀ। ਕੋ ਸਤਨਾਮ। ਕੇਸ ਨਹੀਂ ਕਟਾਉਣੇ ਆਪਾਂ ਅੱਜ ਤੋਂ ਬਾਅਦ। ਦਸਾਂ ਹੀ ਗੁਰੂਆਂ ਨੇ ਇਸ ਗੱਲ 'ਤੇ ਬੜਾ ਡਟ ਕੇ ਪਹਿਰਾ ਦਿੱਤਾ ਵੀ ਜਿਹੜਾ ਮੇਰਾ ਸਿੱਖ ਹੈ ਉਹ ਕੇਸ ਨਾ ਕਟਾਵੇ, ਸਾਵਟ ਸੂਰਤ ਰਵੇ। ਇਸ ਕਰਕੇ ਹੁਣ ਹੋਰ ਤਾਂ ਕਿਤੇ ਫੁੱਲ ਪੈਂਦੇ ਨਹੀਂ ਸੀ, ਫੁੱਲ ਤਾਂ ਬਜ਼ੁਰਗਾਂ ਦੇ ਉੱਥੇ ਹੀ ਜਾ ਕੇ ਪਾਉਂਦੇ ਸੀ ਉਹਨਾਂ ਸਮਿਆਂ 'ਚ ਲੋਕ। ਅੱਗੇ ਜਾ ਕੇ ਹਰਗੋਬਿੰਦ ਸਾਹਿਬ ਨੇ ਫਿਰ ਇਸ ਦਾ ਕਾਟਾ ਬਦਲਿਆ ਜਦੋਂ ਉਹਨਾਂ ਨੇ ਕੀਰਤਪੁਰ ਦੇ ਸਥਾਨ ਨੂੰ ਪ੍ਰਗਟ ਕੀਤਾ ਵੀ ਜੇ ਫੁੱਲ ਨਹੀਂ ਪਾਏ ਬਿਨਾਂ ਰਹਿੰਦੇ ਤੇ ਇੱਥੇ ਪਾ ਦਿਓ, ਵੈਸੇ ਮਰਨ ਤੋਂ ਬਾਅਦ ਜਿੱਥੇ ਮਰਜ਼ੀ ਬਹਾ ਦਿਓ, ਉਹ 'ਚ ਕੁਛ ਵੀ ਨਹੀਂ ਹੈ, ਉਹ ਸਵਾਹ ਤੇ ਹੱਡੀਆਂ ਹਨ। ਕੋ ਸਤਨਾਮ। ਜਿਹਦੀ ਮੁਕਤੀ ਦੀ ਗੱਲ ਹੈ, ਮੁਕਤੀ ਤਾਂ ਭਜਨ ਕਰਿਆ ਸਿਮਰਨ ਕਰਿਆ ਹੋਣੀ ਹੈ, ਤੇ ਜਿਹਦੀ ਮੁਕਤੀ ਕਰਨ ਦੀ ਗੱਲ ਕਰਦੇ ਹੋ ਉਹ ਤਾਂ ਨਿਕਲ ਚੁੱਕਿਆ ਤੇ ਪਤਾ ਨਹੀਂ ਕਿੱਥੇ ਜਨਮ ਵੀ ਲੈ ਲਿਆ ਹੋਵੇ ਉਸਨੇ। ਇਸ ਕਰਕੇ ਇਹ ਵੀ ਸੋਚੀ ਸਮਝੀ ਸਾਜ਼ਿਸ਼ ਹੋਣੀ ਹੈ ਵੀ ਜਿਹੜੇ ਲੋਕ ਇੱਥੇ ਫੁੱਲ ਪਾਉਣ ਆਉਂਦੇ ਹੈ ਉਹਨਾਂ ਦੇ ਕੇਸ ਕੱਟ ਦਿਆ ਕਰੋ। ਅੱਗੇ ਚੱਲ ਕੇ ਆਪੇ ਕੋਨੇ ਮੋਨੇ ਹੋ ਜਾਣਗੇ ਤੇ ਮੁੜ ਕੇ ਉਹਨਾਂ ਨੇ ਰੱਖਣੇ ਹੀ ਨਹੀਂਗੇ। ਇਹਨੂੰ ਕਹਿੰਦੇ ਸੀ ਭੱਦਨ ਕਰਨਾ। ਤੇ ਗੁਰੂ ਪਾਤਸ਼ਾਹ ਕਹਿੰਦੇ ਮੇਰਾ ਸਿੱਖ ਜਿਹੜਾ ਕਦੇ ਵੀ ਇਹ ਭੱਦਨ ਵਾਲੀ ਕਿਰਤ ਨਾ ਕਰੇ, ਭਾਵ ਕੇਸ ਕਤਲ ਨਾ ਕਰਾਵੇ, ਮੂਹੇ ਬੰਦ ਨਾ ਰੋਦਨ ਕਰੇ। ਜੇ ਕੋਈ ਸੰਬੰਧੀ ਮਰ ਜਾਵੇ ਤੇ ਬਹੁਤਾ ਰੋਣ ਦੀ ਵੀ ਲੋੜ ਨਹੀਂ, ਕਿਉਂਕਿ ਇੱਥੇ ਰਹਿਣਾ ਕਿਸੇ ਨੇ ਵੀ ਨਹੀਂਗਾ, ਸਭ ਨੇ ਮਰਨਾ ਹੈ। ਇਸ ਵਿਸ਼ੇ 'ਤੇ ਪਹਿਰਾ ਦਿੱਤਾ ਭਾਈ ਭਿਖਾਰੀ ਨੇ, ਜਿਸ ਦੀ ਸਾਖੀ ਆਪ ਜਾਣਦੇ ਹੋ। ਨਾ ਕਾਹੂ ਸੇ ਦੋਸਤੀ ਨਾ ਕਾਹੂ ਸੇ ਬੈਰ। ਬੱਚੇ ਦਾ ਜਨਮ ਹੋਇਆ ਤੇ ਬਹੁਤੀ ਖੁਸ਼ੀ ਨਹੀਂ ਮਨਾਈ, ਮੌਤ ਹੋਈ ਤਾਂ ਬਹੁਤਾ ਰੋਣਾ ਨਹੀਂ ਕੀਤਾ, ਭਾਣੇ ਨੂੰ ਮੰਨਣਾ ਕੀਤਾ। ਮੇਰਾ ਸਿੱਖ ਜਿਹੜਾ ਇਸ ਚੀਜ਼ ਨੂੰ ਧਾਰਨ ਕਰੇਗਾ। ਫਲ ਨਾ ਵੇਚੀਏ ਅੰਨ ਵਪਾਰ, ਤ੍ਰਿ ਕਾਸ਼ਟ ਅਰ ਚਾਮ ਨਿਵਾਰ। ਬੁਰੇ ਕੁਟਾਂ ਕਰਮ ਤੇ ਆਪ ਬਚਾਏ, ਆਪਣੇ ਆਪ ਨੂੰ ਬੁਰੇ ਕਰਮਾਂ ਤੋਂ ਬਚਾ ਕੇ ਰੱਖੋ। ਸ਼ਬ ਕਟੰਬ ਸੋ ਮਾਰਗ ਪਾਏ, ਆਪਣੇ ਪਰਿਵਾਰ ਨੂੰ ਵੀ ਬਚਾ ਕੇ ਰੱਖੋ। ਜਦੋਂ ਚੌਥੇ ਪਾਤਸ਼ਾਹ ਜੀ ਦਾ ਸਮਾਂ ਆਇਆ ਤੇ ਉਹਨਾਂ ਨੇ ਫਿਰ ਹੁਕਮ ਦਿੱਤਾ ਕਿ ਜਿਹੜਾ ਮੇਰੇ ਕੋਲੇ ਸਿੱਖ ਆਉਂਦਾ ਹੈ ਉਸ ਦੇ ਕਿੰਨੇ ਬੱਚੇ ਹਨ ਪੁੱਛਿਆ ਜਾਂਦਾ। ਮਹਾਰਾਜ 4 ਬੱਚੇ ਹੈ, ਇੱਕ ਬੱਚਾ ਸਾਡੇ ਕੋਲ ਇੱਥੇ ਭੇਜ ਦੇ ਭਾਈ, ਨਾਲੇ ਅਸੀਂ ਆਪਣਾ ਸਿੱਖ ਬਣਾਵਾਂਗੇ, ਨਾਲੇ ਉਹਨੂੰ ਇੱਥੇ ਘਰ ਪਾ ਦਿਆਂਗੇ, ਨਾਲੇ ਦੁਕਾਨ ਪਾ ਦਿਆਂਗੇ। ਜਦੋਂ ਅੰਮ੍ਰਿਤਸਰ ਸ਼ਹਿਰ ਨੂੰ ਵਸਾਉਣਾ ਸੀਗਾ ਉਸ ਵੇਲੇ ਫਿਰ ਸਿੱਖਾਂ ਦੇ ਬੱਚਿਆਂ ਨੂੰ ਉੱਥੇ ਰੱਖ ਕੇ ਸਾਨੂੰ ਸਿੱਖੀ ਦਿੱਤੀ ਤੇ ਨਾਲੇ ਦੁਕਾਨਦਾਰੀਆਂ ਦੇ ਕੇ ਸ਼ਹਿਰ ਨੂੰ ਵਸਾਉਣਾ ਕੀਤਾ, ਕਿਉਂਕਿ ਜ਼ਮੀਨ ਹਜ਼ਾਰਾਂ ਘੁਮਾ ਵਿਹਲੀ ਪਈ ਸੀ, ਇਹ ਗੁਰੂ ਸਾਹਿਬ ਦੀ ਹੋਈ ਸੀ। ਇਸ ਕਰਕੇ ਬੁਰੇ ਕਰਮਾਂ ਤੋਂ ਆਪ ਬਚੋ,
ਆਪਣੇ ਪਰਿਵਾਰ ਨੂੰ ਵੀ ਬਚਾਓ ਜੀ। ਫਲ ਨਾ ਵੇਚੀਏ ਅੰਨ ਵਪਾਰ, ਤ੍ਰਿਣ ਕਾਸ਼ਟ ਅਰ ਚਾਮ ਨਿਵਾਰ। ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ, ਨਾ ਫਲ ਵੇਚੇ ਨਾ ਅਨਾਜ ਦਾ ਵਪਾਰ ਕਰੇ, ਘਾਹ ਲੱਕੜੀ ਤੇ ਚੰਮ ਦਾ ਵੀ ਵਪਾਰ ਨਾ ਕਰੇ। ਭਾਵ ਨੀਚ ਚੰਡਾਲ ਜਿਹੜੇ ਕੰਮ ਹਨ ਉਹ ਨਾ ਕਰੇ। ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ ਕਿ ਇਸ ਤਰ੍ਹਾਂ ਇਹ ਵਸਤੂਆਂ ਜਿਹੜੀਆਂ ਹਨ, ਫਲ ਤੇ ਅਨਾਜ, ਭਾਵੇਂ ਆਪਾਂ ਇਹਨੂੰ ਪੈਦਾ ਕਰਕੇ ਅੱਗੇ ਵੇਚਦੇ ਹਾਂ, ਪਰ ਇੱਥੇ ਵੇਚਣ ਦਾ ਮਤਲਬ ਹੈ ਕਿ ਕੋਈ ਲੋੜਵੰਦ ਆ ਗਿਆ, ਭੁੱਖਾ ਆ ਗਿਆ, ਉੱਥੇ ਉਸ ਨੂੰ ਛਕਾਉਣਾ ਕਰੇ, ਉੱਥੇ ਵਪਾਰ ਵਾਲਾ ਕਾਰਜ ਨਾ ਕਰੇ। ਇਸੇ ਤਰ੍ਹਾਂ ਹੀ ਚਮੜੇ ਦਾ ਵੀ ਕਾਰਜ ਹੈ, ਜਿਹੜਾ ਕੰਮ ਹੈ, ਜਿਹੜਾ ਭਾਵੇਂ ਉਹ ਸਿੱਖ ਨਾ ਕਰੇ, ਗੁਰੂ ਕਿਰਪਾ ਨਾਲ ਹੋਰ ਕਾਰਜ ਕਰੇ ਜੀ। ਕਰਜ ਨ ਦੇ ਨੀਚ ਚੰਡਾਲ, ਵੇਸ਼ਵਾ ਨਾਰੀ ਰਿਨੈ ਸਾਲ। ਔਰ ਨੀਚ ਮਾੜੇ ਕੰਮ ਕਰਨ ਵਾਲਿਆਂ ਨੂੰ, ਚੰਡਾਲਾਂ ਨੂੰ ਕੋਈ ਵੀ ਪੈਸਾ ਨਾ ਦੇਵੇ, ਭਾਵ ਕਰਜ਼ਾ ਨਾ ਦੇਵੇ। ਬੇਸਵਾ ਨਾਰੀ ਜਿਹੜੀ ਹੈ, ਇਹਨਾਂ ਦੀ ਸੰਗਤ ਨਾ ਕਰੇ ਜੀ। ਕਾਹੂ ਸੋ ਚਗਰਾ ਨਹਿ ਮਾਟੋ, ਰਹਤੇ ਆਪਣੀ ਮੂਲ ਨ ਛਾਡੋ। ਔਰ ਕਿਸੇ ਨਾਲ ਲੜਾਈ ਕਰਨ ਦੀ ਲੋੜ ਨਹੀਂ, ਕੋਈ ਕੁਛ ਕਰੇ, ਤੁਸੀਂ ਆਪਣੀ ਰਹਿਣੀ ਰਹੇ ਸੋਈ ਸਿੱਖ ਮੇਰਾ। ਤੁਸੀਂ ਆਪਣੀ ਰਹਿਤ ਵਹਿਤ ਰੱਖੋ, ਕਿਸੇ ਨਾਲ ਲੜਨ ਦੀ ਲੋੜ ਨਹੀਂ ਹੈ। ਦੁਰਜਨ ਸੇਤੀ ਪ੍ਰੀਤ ਨਾ ਕਰੋ, ਹਿਰਦੇ ਰੋਸ ਕਾਮ ਪਰ ਹਰੋ। ਦੁਰਜਨ, ਦੁਰ ਹੁੰਦਾ ਹੈ ਮਾੜਾ, ਜਿਵੇਂ ਦੁਰਜੋਧਨ, ਜੋਧਾ ਤਾਂ ਹੈ ਪਰ ਮਾੜਾ ਜੋਧਾ। ਦੁਰ ਸ਼ਬਦ ਮਾੜੇ ਵਾਸਤੇ ਵਰਤਿਆ ਜਾਂਦਾ। ਦੁਰਜਨ ਭਾਵ ਮਨਮੁਖ, ਮਾੜੇ ਬੰਦੇ ਦੀ ਮਨਮੁਖ ਦੀ ਸੰਗਤ ਨਾ ਕਰੇ। ਕਬੀਰ ਸਾਖਤ ਸੰਗ ਨਾ ਕੀਜੀਐ, ਦੂਰਹਿ ਜਾਈਐ ਭਾਗ, ਬਾਸਨ ਕਾਰੋ ਪਰਸੀਐ, ਤੋ ਕਿਛ ਲਾਗੈ ਦਾਗ। ਦੁਰਜਨ ਦੀ ਸੰਗਤ ਨਾ ਕਰੇ ਤੇ ਹਿਰਦੇ ਵਿੱਚੋਂ ਕ੍ਰੋਧ ਅਤੇ ਕਾਮ ਵਾਸ਼ਨਾ ਨੂੰ ਦੂਰ ਕਰੇ ਜੇ। ਚਾਹੋਗ ਮਾਰਗ ਮੈਂ ਬੈਠੇ ਨਾਹੇ, ਟੂਟਾ ਬਾਸਨ ਮੰਜੀ ਲਾਹੇ। ਕਹਿਣ ਲੱਗੇ ਚੁਰਸਤੇ ਦੇ ਵਿੱਚ ਕਦੇ ਮੇਰਾ ਸਿੱਖ ਨਾ ਬੈਠੇ। ਭਾਵ ਸੰਸਾਰ ਦੇ ਵਿੱਚ ਚੌਹ ਮਾਰਗ, ਜਿੱਥੇ ਚਾਰ ਮਾਰਗ ਇਕੱਠੇ ਹੁੰਦੇ ਹਨ, ਵਿਚਾਲੇ ਬੈਠਣਾ ਠੀਕ ਨਹੀਂ ਹੈ। ਟੁੱਟਾ ਭਾਂਜਾ, ਟੁੱਟੀ ਮੰਜੀ ਆਦਿ ਘਰ ਵਿੱਚ ਨਾ ਰੱਖੇ। ਭਾਵ ਇਹ ਚੀਜ਼ਾਂ ਵੀ ਕਹਿੰਦੇ ਮਨੁੱਖ ਦੇ ਉੱਤੇ ਮਾੜਾ ਅਕਸ ਪਾਉਂਦੀਆਂ ਹਨ। ਔਰਤ ਸਵਾਸ ਧੋਇਆ ਦਾ ਪਾਏ, ਦਾਤਨ ਸੋਨਖ ਦੇ ਤੇਰੀ ਤਾਏ। ਇਸੇ ਤਰ੍ਹਾਂ ਹੀ ਕਹਿੰਦੇ ਦਾਤ ਹਮੇਸ਼ਾ ਅੰਮ੍ਰਿਤ ਵੇਲੇ ਉੱਠ ਕੇ ਦਾਤਨ ਕਰੇ, ਨਹੁੰ ਜਿਹੜੇ ਹੈ ਨਾ ਵਧਾਵੇ। ਕਿਉਂਕਿ ਬਹੁਤੇ ਸਾਰੇ ਲੋਕ ਐਸੇ ਵੀ ਹੋਏ ਹਨ, ਸਾਧ ਲੋਕ, ਜਿਵੇਂ ਦੱਤਾਤਰੈ ਹੋਇਆ, ਉਸ ਨੇ ਉਂਗਲਾਂ ਦੇ ਨਹੁੰ ਬੜੇ ਵਧਾ ਛੱਡੇ ਸਨ। ਕਿਉਂਕਿ ਇਹ ਵੀ ਇੱਕ ਸਾਇੰਟੀਫਿਕ ਗੱਲ ਹੈ, ਜੇ ਨਹੁੰ ਨਹੀਂ ਕੱਟਾਂਗੇ ਨਾ ਤਾਂ ਮੈਲ ਫਸੂਗੀ, ਮੈਲ ਫਸੂਗੀ ਤੇ ਅੰਦਰ ਜਾਊਗੀ ਰੋਟੀ ਪਾਣੀ ਦੇ ਨਾਲ, ਨੁਕਸਾਨਦੇਹ ਹੈ। ਇਸ ਕਰਕੇ ਮੇਰਾ ਸਿੱਖ ਕਦੇ ਵੀ ਨਹੁੰ ਨਾ ਵਧਾਵੇ, ਸਮੇਂ ਸਿਰ ਕੱਟੇ ਔਰ ਦੰਦਾਂ ਨੂੰ ਸਾਫ਼ ਰੱਖੇ, ਦਾਤਨ ਕਰੇ। ਇਸ ਤਰ੍ਹਾਂ ਆਵਤ ਬੇਰਹਸੇ ਬਕਵਾਦ, ਭੋਜਨ ਪਿੱਛੇ ਪੇਟ ਜੋ ਬਾਪ। ਔਰ ਦੰਦਾਂ ਨੂੰ ਵਧਾਉਣਾ, ਦੰਦਾਂ ਨੂੰ ਚੱਬਣਾ, ਇਹ ਵੀ ਮਾੜਾ ਹੈ। ਦੰਦ ਸਾਫ਼ ਰੱਖਣੇ ਚਾਹੀਦੇ ਹੈ, ਮੁਖ ਸਾਫ਼ ਰੱਖਣਾ ਚਾਹੀਦਾ ਹੈ। ਖਾਵਤ ਵੇਰ ਹੱਸੇ ਬਖਵਾਦ, ਖਾਣਾ ਛਕਣ ਵੇਲੇ ਨਾ ਤਾਂ ਜ਼ਿਆਦਾ ਬੋਲੋ ਤੇ ਨਾ ਹੀ ਹੱਸੋ। ਤੇ ਗੁਰੂ ਪਿਆਰਿਓ 18 ਪੰਡਤ ਇਸੇ ਕਰਕੇ ਹੀ ਵੜ ਦਿੱਤੇ ਸਨ ਕਿ ਉਹਨਾਂ ਨੇ ਜਦ ਲੰਗਰ ਕੀਤਾ ਇੱਕ ਰਾਜੇ ਨੇ, ਤੇ ਗੁਰੂ ਪਿਆਰਿਓ ਕੁਦਰਤੀ ਲੰਗਰ, ਰਾਜਾ ਤੇ ਰਾਣੀ ਆਪ ਛਕਾ ਰਹੇ ਸੀ, ਤੇ ਰਾਣੀ ਦਾ ਸਾੜੀ ਦਾ ਪੱਲਾ ਹਵਾ ਦੇ ਬੁੱਲੇ ਨਾਲ ਉੱਡ ਗਿਆ। ਤੇ ਗੁਰੂ ਪਿਆਰਿਓ ਉਹ ਬ੍ਰਾਹਮਣ ਜੇ ਰੋਟੀ ਖਾ ਰਹੇ ਸੀ, ਉਹ ਹੱਸ ਪਏ, ਤੇ ਜਦ ਹੱਸੇ ਤੇ ਰਾਜੇ ਨੂੰ ਗੁੱਸਾ ਆ ਗਿਆ, ਕਿਉਂਕਿ ਉਹਨੇ ਦੇਖ ਲਿਆ ਵੀ ਇਹਨੇ ਮਜ਼ਾਕ ਕੀਤਾ ਸਾਨੂੰ। ਕਹਿਣ ਲੱਗੇ ਪ੍ਰਸ਼ਾਦਾ ਛਕਦੇ, ਗੱਲਾਂ ਨਹੀਂ ਕਰਨੀਆਂ ਚਾਹੀਦੀਆਂ, ਆਰਾਮ ਨਾਲ ਪਹਿਲਾਂ ਪ੍ਰਸ਼ਾਦੇ ਦਾ ਸਤਿਕਾਰ ਕਰੇ, ਪ੍ਰਸ਼ਾਦਾ ਛਕੇ, ਫਿਰ ਹੱਸੇ, ਫਿਰ ਗੱਲ ਕਰੇ। ਤਾਂ ਇਸ ਤਰ੍ਹਾਂ ਗੁਰੂ ਪਿਆਰੋ ਰਾਜਾ ਜਨਮੇਜਾ ਦੇ ਮੱਤੀ, ਬਾਣੀ ਦਾ ਬਚਨ ਹੈ, ਰਾਜਾ ਜਨਮੇਜਾ ਦੇ ਮੱਤੀ ਬਰਜ ਬਿਆਸ ਪੜ੍ਹਾਇਆ। ਬਿਆਸ ਰਿਸ਼ੀ ਨੇ ਰਾਜੇ ਜਨਮੇਜੇ ਨੂੰ ਗਿਆਨ ਦਿੱਤਾ ਸੀਗਾ। ਉਹ ਕਹਿੰਦਾ ਬੰਦਾ ਉਹ ਕੰਮ ਨਾ ਕਰੇ ਜਿਹਦੇ ਵਿੱਚ ਨੁਕਸਾਨ ਹੋਵੇ। ਉਹ ਕਹਿਣ ਲੱਗਾ ਲੈ ਤੈਨੂੰ ਦੱਸ ਦਿੰਦਾ, ਤੂੰ ਆਹ ਕੁਛ ਕਰੇਗਾ। ਕਹਿੰਦਾ ਮੈਂ ਬਿਲਕੁਲ ਨਹੀਂ ਕਰੂੰਗਾ। ਪਰ ਸਮਾਂ ਆਉਣ 'ਤੇ ਉਹਨੇ ਕੀਤਾ ਤੇ ਉਹਦੇ ਨਾਲੋਂ ਘਟਨਾ ਘਟੀ।
ਤਿੰਨ ਕਰ ਜਗ 18 ਘਾਏ ਕਿਰਤ ਨ ਮਿਟੇ ਮਿਟਾਇਆ। ਭਾਵ ਬੰਦੇ ਦਾ ਕੀਤਾ ਹੋਇਆ ਕਰਮ ਫਲ ਕਦੇ ਵੀ ਮਿਟਦਾ ਨਹੀਂ ਜਿੰਨਾ ਚਿਰ ਗੁਰੂ ਸ਼ਰਨ ਵਿੱਚ ਨਾ ਆਵੇ। ਇਸ ਕਰਕੇ ਉਸਨੇ ਇੱਕਦਮ 18 ਬ੍ਰਾਹਮਣਾਂ ਦਾ ਰੋਟੀ ਖਾਂਦਿਆਂ ਦਾ ਸਿਰ ਹੀ ਵੜ ਦਿੱਤਾ ਸੀ ਜਿਨ੍ਹਾਂ ਨੇ ਹਸਨਾ ਕੀਤਾ ਸੀ, ਤੇ ਫਿਰ ਉਸ ਕਰਮ ਦਾ ਫਲ ਵੀ ਉਹਨੂੰ ਭੋਗਣਾ ਪਿਆ ਸੀ। ਇਸ ਕਰਕੇ ਪ੍ਰਸ਼ਾਦਾ ਛਕਦੇ ਕਦੇ ਖਾਵਤ ਬੇਰ ਹੱਸੇ ਬਕਵਾਦ ਹੱਸਣਾ ਤੇ ਬੋਲਣਾ ਮਾੜਾ ਹੈ। ਭੋਜਨ ਪਿੱਛੇ ਪੇਟ ਸੋ ਬਾਂਧ ਕਹਿਣ ਲੱਗੇ ਪ੍ਰਸ਼ਾਦਾ ਛਕ ਕੇ ਢਿੱਡ ਤੇ ਕਮਰ ਕਸਾ ਜਲਦੀ ਨਾ ਬੰਨੋ, ਕਿਉਂਕਿ ਇਸ ਨੂੰ ਪਹੁੰਚਾਉਣ ਦਾ ਟਾਈਮ ਦੇਣਾ ਚਾਹੀਦਾ। ਕੋ ਸਤਨਾਮ। ਪ੍ਰਸ਼ਾਦਾ ਛਕਣ ਵੇਲੇ ਜਾਂ ਉਸ ਤੋਂ ਬਾਅਦ ਕਮਰ ਕਸਾ ਖੋਲ ਦੇਣਾ ਚਾਹੀਏ ਜੀ। ਰੋਵੇ ਹੱਸੇ ਨਾ ਕਬ ਗੁਰ ਆਗੈ, ਲਖਮੀ ਨਾਸ਼ ਦਰਿਦਰੀ ਭਾਗੈ। ਇਸ ਕਰਕੇ ਗੁਰੂ ਦੇ ਕੋਲ ਬੈਠ ਕੇ ਹਮੇਸ਼ਾ ਗੁਰਮਤਿ ਦੀਆਂ ਵਿਚਾਰਾਂ ਸੁਣਨੀਆਂ ਚਾਹੀਦੀਆਂ। ਗੁਰੂ ਕੋਲ ਆ ਕੇ ਰੋਣਾ ਹੱਸਣਾ ਇਹ ਨਹੀਂ ਕਰਨਾ ਚਾਹੀਦਾ ਜੀ। ਮਗ ਮੇ ਸੈਨ ਰਾਮੇ ਭੋਜ, ਮਲ ਮੂਤਰ ਨੈ ਮਗ ਮੇ ਰੋਜ। ਔਰ ਪਾਤਸ਼ਾਹ ਕਹਿੰਦੇ ਰਸਤੇ ਦੇ ਵਿੱਚ ਸੌਣਾ ਮਾੜਾ ਹੈ, ਤੁਰੇ ਜਾਂਦੇ ਭੋਜਨ ਛਕਣਾ ਵੀ ਮਾੜਾ ਹੈ, ਰਸਤੇ ਵਿੱਚ ਮਲ ਮੂਤਰ ਆਦਿ ਤਿਆਗ ਕਰਨਾ ਵੀ ਮਾੜਾ ਹੈ। ਉਹਨਾਂ ਸਮਿਆਂ ਦੇ ਵਿੱਚ ਲੋਕਾਂ ਦੀ ਮੱਤ ਇਹੋ ਜਿਹੀ ਹੁੰਦੀ ਸੀ। ਪਾਤਸ਼ਾਹ ਕਹਿੰਦੇ ਇਹ ਚੀਜ਼ਾਂ ਕਦੇ ਵੀ ਰਾਹ ਖੇੜੇ ਜਿੱਥੋਂ ਦੀ ਲੋਕ ਲੰਘਦੇ ਐ ਜਾਂ ਤੁਰੇ ਜਾਂਦੇ ਹੱਥ ਵਿੱਚ ਪ੍ਰਸ਼ਾਦਾ ਫੜ ਕੇ ਛਕਣਾ ਇਹ ਵੀ ਨਹੀਂ ਕਰਨਾ ਚਾਹੀਦਾ, ਕਿਉਂਕਿ ਭੋਜਨ ਵੀ ਪਰਮੇਸ਼ਰ ਦਾ ਰੂਪ ਹੈ। ਇਹਨੂੰ ਆਰਾਮ ਨਾਲ ਬੈਠ ਕੇ ਛਕਣਾ ਚਾਹੀਏ ਜੀ। ਗਾਏ ਬ੍ਰਿਪ ਕੋ ਪਾਈ ਨਾ ਛੂਵੇ, ਅੰਨ ਭੁਗਤ ਕੀ ਨਿੰਦ ਨਾ ਪੂਵੇ। ਕਦੇ ਵੀ ਗਾਂ ਅਤੇ ਪਾਂਡਾ ਦੇ ਪੈਰੀਂ ਹੱਥ ਨਾ ਲਾਓ, ਕਿਉਂਕਿ ਪਹਿਲਾਂ ਲੋਕ ਲਾਉਂਦੇ ਸਨ ਤੇ ਸਿੱਖ ਨੂੰ ਇਹਨਾਂ ਗੱਲਾਂ ਤੋਂ ਵਰਜਿਆ। ਗਾਂ ਦੇ ਪੈਰੀ ਹੱਥ ਤਾਂ ਲਾਉਂਦੇ ਸੀ, ਗਾਂ ਦੀ ਪੂਜਾ ਕਰਦੇ ਸੀ। ਮੇਰਾ ਸਿੱਖ ਗਾਂ ਦੀ ਪੂਜਾ ਨਹੀਂ ਕਰੂਗਾ, ਇਹਨਾਂ ਕਰਮ ਕਾਂਡਾਂ ਚੋਂ ਕੱਢਣਾ ਸੀਗਾ। ਇਸ ਕਰਕੇ ਮੇਰਾ ਸਿੱਖ ਜਿਹੜਾ ਹਮੇਸ਼ਾ ਗੁਰੂ ਦੇ ਚਰਨੀ ਪਵੇ, ਨਾ ਗਾਂ ਦੇ ਨਾ ਬ੍ਰਾਹਮਣ ਦੇ ਪੈਰੀ ਪਵੇ। ਕਬੀਰ ਸਾਹਿਬ ਵੀ ਇਸ ਵਿਸ਼ੇ 'ਤੇ ਸਹੀ ਪਾਉਂਦੇ ਆ। ਕਬੀਰ ਬਾਹਮਣ ਗੁਰੂ ਹੈ ਜਗਤ ਕਾ, ਭਗਤਨ ਕਾ ਗੁਰ ਨਾਹੇ, ਅਰਜ ਉਰਜ ਕੇ ਪਚ ਮੂਆ ਚਾਰੋਂ ਵੇਦੋਂ ਮਾਹੇ। ਕਹਿੰਦੇ ਠੀਕ ਹੈ ਸੰਸਾਰ ਦੇ ਗੁਰੂ ਹੋਣਗੇ, ਸਾਡੇ ਗੁਰੂ ਨਹੀਂ, ਸਾਡਾ ਗੁਰੂ ਤਾਂ ਪਰਮੇਸ਼ਰ ਹੈ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਕਦੇ ਵੀ ਬ੍ਰਾਹਮਣ ਦੀ ਗਊ ਦੀ ਪੂਜਾ ਨਹੀਂ ਕਰਨੀ। ਰਹਿਤ ਇਕਾਂਤ ਬੈਠ ਕਰ ਧਿਆਨਾ, ਹਿਰਦੇ ਕਰੇ ਨਾ ਚਿਤ ਵੇ ਨਾਨਾ। ਅੰਨ ਭੁਗਤ ਕੀ ਨਿੰਦ ਨਾ ਭੋਵੈ। ਜਿਹੜਾ ਅਨਾਜ ਤੁਸੀਂ ਲੈ ਲਿਆ ਛਕ ਲਿਆ ਤੇ ਫਿਰ ਬਾਹਰ ਜਾ ਕੇ ਕਹਿਣਾ ਜਾਂ ਫਲਾਣੇ ਘਰੇ ਗਏ ਸੀ ਵੇਖੀ ਜਮਾਂ ਹੀ ਦਾਲ 'ਚ ਮਿਰਚਾਂ ਹੀ ਬਾਹਲੀਆਂ ਪਾ ਛੱਡੀਆਂ ਸੀਗੀਆਂ। ਜਿਹੜਾ ਭੋਜਨ ਖਾ ਲਿਆ ਮੁੜ ਕੇ ਉਹਦੀ ਨਿੰਦਿਆ ਨਾ ਕਰੋ। ਭੋਜਨ ਜਿਹੜਾ ਹੈ ਜਿਹੋ ਜਿਹਾ ਮਿਲ ਗਿਆ ਛਕ ਲਿਆ, ਉਹਦੀ ਨਿੰਦਿਆ ਨਹੀਂ ਕਰਨੀ ਚਾਹੀਦੀ, ਕਿਉਂਕਿ ਭਗਤਾਂ ਨੇ ਵੀ ਪਰਮੇਸ਼ਰ ਨੇ ਵੀ ਸਤਿਗੁਰਾਂ ਨੇ ਵੀ ਭੋਜਨ ਨੂੰ ਪਰਮੇਸ਼ਰ ਦਾ ਰੂਪ ਦੱਸਿਆ ਹੈ। ਲੰਗਰ ਦੇ ਵਿੱਚ ਬਹਿ ਕੇ ਨਹੀਂ ਆਪਾਂ ਕਹਿ ਸਕਦੇ, ਕਿਉਂਕਿ ਸਾਨੂੰ ਇਹ ਕਿਹਾ ਹੋਇਆ ਕਿ ਲੰਗਰ ਵਿੱਚ ਜੈਸਾ ਬਣ ਗਿਆ ਉਹ ਪ੍ਰਸ਼ਾਦ ਹੈ। ਤੁਸੀਂ ਪ੍ਰਸ਼ਾਦ ਸਮਝ ਕੇ ਜਦੋਂ ਛਕਦੇ ਹੋ ਤੇ ਤੁਹਾਡੇ ਵਾਸਤੇ ਉਹ ਪ੍ਰਸ਼ਾਦ ਹੀ ਬਣ ਜਾਂਦਾ। ਤੁਹਾਡੀ ਸੋਚ 'ਤੇ ਡਿਪੈਂਡ ਕਰਦਾ। ਤੇ ਘਰੇ ਕਈ ਵਾਰੀ ਆਪਾਂ ਕੋਈ ਰੋਟੀ ਕੱਚੀ ਰਹਿ ਜੇ ਰੌਲਾ ਪਾਉਂਦੇ ਆ, ਆਹ ਕੀ ਕੀਤਾ, ਦਾਲ 'ਚ ਲੂਣ ਵਾਲਾ ਪਾਤਾ, ਮਿਰਚਾਂ ਵਾਲੀਆਂ ਪਾਤੀਆਂ, ਰੋਟੀ ਕੱਚੀ ਰੱਖਤੀ। ਪਰ ਕਦੇ ਗੁਰੂ ਘਰ 'ਚ ਨਹੀਂ ਕਿਹਾ ਆਪਾਂ, ਹੋ ਜਾਂਦੀ ਹੈ ਕੱਚੀ, ਇੱਥੇ ਵੀ ਰਹਿ ਜਾਂਦੀ ਆ। ਪਰ ਇੱਥੇ ਸਾਡੀ ਸੋਚ ਹੁੰਦੀ ਹੈ ਪ੍ਰਸ਼ਾਦ, ਵੀ ਅਸੀਂ ਪ੍ਰਸ਼ਾਦਾਂ ਨੂੰ ਛਕ ਰਹੇ ਹਾਂ, ਇਹ ਪ੍ਰਸ਼ਾਦ ਰੂਪ ਉਹ ਪ੍ਰਸ਼ਾਦ ਬਣ ਜਾਂਦਾ ਹੈ। ਤੁਹਾਡੀ ਸੋਚ 'ਤੇ ਡਿਪੈਂਡ ਕਰਦਾ ਹੈ। ਜੈਸਾ ਵੇਖਿਆ ਤੈਸਾ ਵੇਖ, ਜਿਹੋ ਜਿਹਾ ਵੇਖੋਗੇ ਤਾਂ ਉਹੋ ਜਿਹੇ ਬਣ ਜਾਊਗਾ ਤੁਹਾਡੇ ਵਾਸਤੇ। ਇਸ ਕਰਕੇ ਭੋਜਨ ਜਿਹੜਾ ਛਕ ਲਿਆ ਉਹਦੀ ਕਦੇ ਵੀ ਨਿੰਦਿਆ ਨਾ ਕਰੋ। ਪਾਪਰ ਨਾਰੀ ਪਰ ਕੀ ਬੁਰੀ, ਰਾਜਦੂਤ ਕੀ ਮਿੱਤਰੀ ਛੁਰੀ। ਔਰ ਪਾਤਸ਼ਾਹ ਜੀ ਬਖਸ਼ ਕਰਦੇ ਹਨ, ਰਹੇ ਇਕਾਂਤ ਬੈਠ ਕਰ ਧਿਆਨਾ। ਇਕਾਂਤ ਵਿੱਚ ਬੈਠ ਕੇ ਧਿਆਨ ਲਾਉਣਾ ਚਾਹੀਦਾ ਹੈ। ਹਿਰਦੇ ਗਲੇ ਨ ਚਤਵਨ ਨਾਨਾ। ਪਾਪਰ ਨਾਰੀ ਪਰ ਕੀ ਬੁਰੀ, ਰਾਜਦੂਤ ਕੀ ਮੈਤਰੀ ਛੁਰੀ। ਬਦ ਚਲਨ ਇਸਤਰੀ ਮਾੜੀ ਇਸਤਰੀ, ਤੇ ਗੁਰੂ ਪਿਆਰਿਓ ਪਰਾਈ ਇਸਤਰੀ ਮਾੜਾ ਮਨੁੱਖ ਇਹ ਦੋਨੇ ਹੀ ਬੁਰੇ ਹਨ। ਰਾਜੇ ਦੇ ਸੂਹੀਏ ਦੀ ਮਿੱਤਰਤਾ ਵੀ ਛੁਰੀ ਵਾਂਗ ਹੈ। ਭਾਵ ਜਿਵੇਂ ਆਪਾਂ ਆਮ ਕਹਾਵਤ ਹੈ ਨਾ ਵੀ ਜਿਹੜਾ ਡਾਕਟਰ ਹੈ ਨਾ ਉਹਦੇ ਨਾਲ ਦੁਸ਼ਮਣੀ ਹੋਵੇ ਨਾ ਉਹਦੇ ਨਾਲ ਮਿੱਤਰਤਾ ਵਧਾਓ, ਪਿੱਛੇ ਗੱਲ ਆਈ ਸੀ। ਇਸੇ ਤਰ੍ਹਾਂ ਹੀ ਸਰਕਾਰ ਦੇ ਨਾਲ ਨਾ ਦੁਸ਼ਮਣੀ ਵਧਾਓ ਨਾ ਮਿੱਤਰਤਾ ਵਧਾਓ। ਤਾਂ ਇਸੇ ਤਰ੍ਹਾਂ ਹੀ ਪਾਤਸ਼ਾਹ ਜੀ ਇੱਥੇ ਕਹਿੰਦੇ ਹਨ ਕਿ ਰਾਜੇ ਦਾ ਸੂਹੀਆ ਭਾਵ ਰਾਜੇ ਦੇ ਸਿਪਾਹੀ
ਜੋ ਸਰਕਾਰ ਦੇ ਸਿਪਾਹੀ ਹੈ ਉਹਨਾਂ ਦੇ ਨਾਲ ਦੁਸ਼ਮਣੀ ਵਧਾਉਣੀ ਵੀ ਮਾੜੀ ਹੈ ਤੇ ਮਿੱਤਰਤਾ ਦੀ ਵੀ ਲੋੜ ਨਹੀਂ। ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਮਨੁੱਖ ਨੂੰ ਹਮੇਸ਼ਾ ਉਸ ਪਰਮੇਸ਼ਰ ਦੇ ਨਾਲ ਹੀ ਪਿਆਰ ਪਾਉਣਾ ਚਾਹੀਦਾ ਹੈ। ਰਾਜੇ ਦੇ ਸੂਹੀਆਂ ਦੇ ਨਾਲ ਦੋਸਤੀ ਵੀ ਤੁਹਾਡੇ ਵਾਸਤੇ ਸ਼ੁਰੂ ਵਰਗੀ ਹੋ ਸਕਦੀ ਹੈ। ਸਕਲ ਰਾਤ ਜਾਗਤ ਨ ਰਹੈ, ਮੈਥਰ ਬਹੁਤ ਬਾਧ ਨ ਗਹੈ। ਔਰ ਰਾਤ ਨੂੰ ਸਮੇਂ ਸਿਰ ਸੌਵੇਂ ਤੇ ਸਮੇਂ ਸਿਰ ਉੱਠੇ। ਕਾਮ ਵਾਸਨਾ ਵਿੱਚ ਬਹੁਤਾ ਧਿਆਨ ਨਾ ਦੇਵੇ। ਜੇ ਸਮਾਂ ਲੱਗੇ ਤੇ ਸਿਮਰਨ ਵਿੱਚ ਧਿਆਨ ਲਾਉਣਾ ਕਰੇ ਜੀ। ਸਿੱਥਰ ਦੂਤ ਅਨ ਪਿਆਸੀ ਸਿੱਖ, ਕਾਚਾ ਸੂਕਾ ਤਿਆਗੇ ਆਮਿਖ। ਆਲਸੀ ਮਨੁੱਖ ਔਰ ਬੇਅਭਿਆਸੀਆ ਸਿੱਖ ਅਣਅਭਿਆਸੀ ਜਿਹੜਾ ਸਿਮਰਨ ਨਹੀਂ ਕਰਦਾ, ਕਾਚਾ ਸੋਕਾ ਤਿਆਗੀ ਆਮਿਖ, ਇਹਨਾਂ ਨੂੰ ਤਿਆਗਣਾ ਹੀ ਚੰਗਾ ਹੈ। ਖਾਣ ਦੇ ਵਿੱਚ ਕਾਚਾ ਸੁੱਕਾ, ਪੁਰਾਣੇ ਸਮਿਆਂ 'ਚ ਲੋਕ ਮਾंस ਖਾਂਦੇ ਸਨ। ਕੱਚਾ ਮਾंस ਖਾਣਾ ਵੀ ਮਾੜਾ ਹੈ, ਸੁੱਕਿਆ ਹੋਇਆ ਵੀ ਖਾਣਾ ਮਾੜਾ ਹੈ। ਇਸੇ ਤਰ੍ਹਾਂ ਹੀ ਅਣਅਭਿਆਸੀ ਦੀ ਸੰਗਤ ਨਹੀਂ ਕਰਨੀ, ਮਨਮੁਖ ਦੀ ਸੰਗਤ ਨਹੀਂ ਕਰਨੀ, ਔਰ ਆਲਸੀ ਬੰਦੇ ਦੀ ਵੀ ਸੰਗਤ ਨਾ ਕਰੋ। ਕਰ ਕੀ ਰਮਤੀ ਨਾਰੀ ਛੋਰ, ਜੇ ਆਪਣੀ ਇੰਦਰੀ ਹੈ ਠੋਰ। ਔਰ ਆਪਣੇ ਕਰਮ ਇੰਦਰੀਆਂ ਤੇ ਗਿਆਨ ਇੰਦਰੀਆਂ ਤੇ ਕੰਟਰੋਲ ਰੱਖੋ, ਪਰ ਇਸਤਰੀ ਦੇ ਸੰਗਤ ਨਹੀਂ ਜਾਣੀ ਜੇ। ਰੱਬ ਨਾਸ਼ਟ ਕੀ ਮਕਸਦ ਤਜੇ, ਅਸੁਆ ਨਿੰਦਾ ਚਿੰਤਨਾ ਭਜੇ। ਔਰ ਕਦੇ ਵੀ ਪਖੰਡ ਨਾ ਕਰੋ। ਨਾਸਤਕਤਾ ਹੁੰਦੀ ਹੈ, ਗੁਰੂ ਤੇ ਭਰੋਸਾ ਨਾ ਕਰਨਾ। ਨਾਸਤਕਤਾ ਛੱਡੋ, ਆਸਤਕ ਰਹੋ ਗੁਰੂ ਦੇ ਪ੍ਰਥਾਏ, ਅਤੇ ਈਰਖਾ ਨੂੰ ਛੱਡੋ। ਕਿਸੇ ਦੇ ਦੋਸ਼ ਦੇਖਣੇ, ਕਿਸੇ ਨੂੰ ਦੋਸ਼ ਲਾਉਣਾ, ਇਹ ਵੀ ਚੰਗਾ ਨਹੀਂ ਹੈ। ਨਿੰਦਿਆ ਵੀ ਮਾੜੀ ਹੈ ਤੇ ਚਿੰਤਾ ਵੀ ਮਾੜੀ ਹੈ। ਚਿੰਤਾ ਚਿਖਾ ਬਰਾਬਰੇ ਕਹੀ ਹੈ। ਇਹਨਾਂ ਵਿਕਾਰਾਂ ਨੂੰ ਛੱਡਣਾ ਕਰੋ। ਨਿੰਦਾ ਭਲੀ ਕਿਸੇ ਕੀ ਨਾਹੀ, ਮਨਮੁਖ ਮੁਗਧ ਕਰਨ, ਕਿਸੇ ਦੀ ਵੀ ਨਿੰਦਿਆ ਕਰਨੀ ਚੰਗੀ ਨਹੀਂ ਹੈ। ਪੱਗ ਤੁਰਵਰ ਜਗ ਬਾਸ ਨਿਹਾਰੈ, ਰਹਿਣ ਬਿਨਾ ਨਿਜ ਤਤਰ ਵਿਚਾਰੈ। ਸੰਸਾਰ ਦੇ ਵਿੱਚ ਵਾਸਾ ਇਹੋ ਸਮਝੋ ਜਿਵੇਂ ਦਰਖਤ ਤੇ ਬੈਠੇ ਪੰਛੀ ਹੁੰਦੇ ਨੇ। ਰਾਤ ਨੂੰ ਰਾਤ ਕੱਟ ਲੈਣ ਆ ਕੇ ਦਰਖਤ ਤੇ ਬੈਠ ਕੇ, ਤੇ ਤੜਕੇ ਦਰਖਤ ਨੂੰ ਛੱਡ ਕੇ ਉੱਡ ਜਾਂਦੇ ਹਨ। ਇਸੇ ਤਰ੍ਹਾਂ ਹੀ ਅਸੀਂ ਦੁਨੀਆ ਵਿੱਚ ਰਹਿਣਾ ਸਮਝੀਏ। ਜਿਸ ਤਰ੍ਹਾਂ ਇੱਕ ਰਿਸ਼ੀ ਹੋਇਆ ਗੁਰੂ ਪਿਆਰਿਓ, ਜਿਸ ਦੀ ਹਜ਼ਾਰਾਂ ਸਾਲ ਦੀ ਉਮਰ ਸੀ, ਪਰ ਉਸ ਨੇ ਆਪਣੇ ਸਿਰ ਤੇ ਇੱਕ ਖਿੱਪ ਰੱਖ ਕੇ ਹੀ ਟਾਈਮ ਲੰਘਾ ਗਿਆ। ਉਹ ਇਹ ਸਮਝਦਾ ਸੀ ਕਿ ਸ਼ਾਇਦ ਮੇਰੀ ਮੌਤ ਕੱਲ੍ਹ ਨੂੰ ਹੋ ਜਾਵੇ। ਮੌਤ ਨੂੰ ਹਮੇਸ਼ਾ ਯਾਦ ਰੱਖਦਾ ਸੀਗਾ, ਔਰ ਸਾਰੀ ਉਮਰ ਹਜ਼ਾਰਾਂ ਸਾਲ ਦੀ ਉਸਨੇ ਆਪਣੇ ਸਿਰ ਦੇ ਉੱਤੇ ਇੱਕ ਖਿੱਪ ਜਿਹਾ ਰੱਖ ਕੇ, ਬੂਈ ਜੀ ਪੌਦਾ ਹੁੰਦਾ ਇੱਕ, ਉਸ ਨੂੰ ਇਕੱਠਾ ਜਿਹਾ ਕਰਕੇ ਘਾਹ ਫੂਸ ਜੀ ਦੀ ਪਲੇਟ ਜੀ ਬਣਾ ਕੇ ਸਿਰ ਤੇ ਰੱਖ ਲਈ, ਤੇ ਐਂ ਟਾਈਮ ਟਪਾ ਗਿਆ। ਹੈ ਵਿਰਾਗ ਲਖ ਜਗਤ ਅਸਾਰਾ, ਦੇ ਪ੍ਰਾਣ ਗੁਣ ਆਤਮ ਨਿਆਰਾ। ਇਸ ਤਰ੍ਹਾਂ ਰਹਿਣ ਦੇਣਾ ਨਿਜ ਤੱਤ ਵਿਚਾਰੇ। ਪੰਛੀ ਦੀ ਨਿਆਈ ਦੁਨੀਆ ਵਿੱਚ ਰਹੋ ਕਿ ਇੱਥੇ ਰਹਿਣਾ ਨਹੀਂ ਹੈ, ਬਹੁਤਾ ਸਮਾਂ ਉੱਡ ਜਾਣਾ ਹੈ, ਤੇ ਹਮੇਸ਼ਾ ਨਿਜ ਸਰੂਪ ਦੇ ਨਾਲ ਜ਼ਿਆਦਾ ਜੁੜੋ। ਦਿਨ ਰਾਤ ਨਿਜ ਸਰੂਪ ਨਾਲ ਜੁੜਨਾ ਕਰੋ। ਸਾਡੇ ਪਰਥਾਏ ਬਾਣੀ 'ਚ ਬਚਨ ਲਿਖਿਆ ਹੈ, ਬਿਰਖਾ ਹੇਠ ਸਭ ਜੰਤੀ ਇਕੱਠੇ, ਇੱਕ ਤੱਤੇ ਇੱਕ ਬੋਲਣ ਬਿਠੇ। ਸੰਸਾਰ ਇੱਕ ਬਿਰਛਾ ਹੈ, ਆਪਾਂ ਸਾਰੇ ਪੰਛੀ ਆ। ਕੋਈ ਮਿੱਠਾ ਬੋਲਦਾ, ਕੋਈ ਤੱਤਾ ਭਾਵ ਕੌੜਾ ਬੋਲਦਾ। ਬਿਰਖਾ ਹੇਠ ਸਭ ਜੰਤੀ ਇਕੱਠੇ, ਇੱਕ ਤੱਤੇ ਇੱਕ ਬੋਲਣ ਮਿੱਠੇ। ਅਸਤ ਅਦੋਤ ਭਇਆ ਉੱਡ ਚੱਲੇ, ਜਿਉਂ ਜਿਉਂ ਔਦ ਬਿਹਾਣੀਆਂ। ਜਿਵੇਂ ਜਿਵੇਂ ਉਮਰ ਰੁਕ ਜਾਂਦੀ ਆ ਤੇ ਦੁਨੀਆ ਉੱਡੀ ਜਾਂਦੀ ਆ। ਇੱਦਾਂ ਦਾ ਜੀਵਨ ਬਤੀਤ ਕਰੋ, ਨਿਜ ਸਰੂਪ ਦਾ ਧਿਆਨ ਧਰੋ, ਅਤੇ ਹੈ ਵਿਰਾਗ ਲਖ ਜਗਤ ਸਾਰਾ, ਦੇ ਪ੍ਰਾਣ ਗੁਣ ਆਤਮ ਨਿਆਰਾ। ਹਿਰਦੇ ਵਿੱਚ ਹਮੇਸ਼ਾ ਪਰਮੇਸ਼ਰ ਦੇ ਮਿਲਣ ਦਾ ਬਰਾਗ ਬਣਾ ਕੇ ਰੱਖੋ। ਸੰਸਾਰ ਨੂੰ ਇੱਕ ਦਿਨ ਛੱਡਣਾ ਹੈ, ਇਹ ਗੱਲ ਹਮੇਸ਼ਾ ਯਾਦ ਰੱਖੋ। ਔਰ ਦੇਹ ਪ੍ਰਾਣ ਗੁਣ ਆਤਮ ਨਿਆਰਾ, ਆਪਣੇ ਆਪ ਨੂੰ ਦੇਹ ਤੋਂ ਪ੍ਰਾਣਾ ਤੋਂ ਨਿਆਰੇ ਸਮਝੋ ਕਿ ਮੈਂ ਸਰੀਰ ਨਹੀਂ ਹਾਂਗਾ। ਸੁਣ ਕਰ ਸ਼ਾਸਤਰਨ ਗਰਭ ਗਵਾਵੈ, ਕਾਹੂ ਬਾਤ ਸੋ ਨਿਹੁ ਨ ਲਾਵੈ। ਔਰ ਵੇਦਾਂ ਗ੍ਰੰਥਾਂ ਦੀ ਕਥਾ ਸੁਣ ਕੇ, ਇੱਥੇ ਸ਼ਾਸਤਰ ਦਾ ਮਤਲਬ ਹੈ ਵੇਦ ਗ੍ਰੰਥ। ਸ਼ਾਸਤਰਾਂ ਦੀ ਭਾਵ ਵੇਦਾਂ ਗ੍ਰੰਥਾਂ ਦੀ ਕਥਾ ਸੁਣ ਕੇ ਆਪਣਾ ਹੰਕਾਰ ਤਿਆਗਣਾ ਚਾਹੀਦਾ।
ਜਿਹੜੀਆਂ ਗੱਲਾਂ ਗੁਰਬਾਣੀ ਦੇ ਵਿੱਚ ਇਤਿਹਾਸ ਵਿੱਚ ਸਤਿਗੁਰਾਂ ਨੇ ਸਾਨੂੰ ਦੱਸੀਆਂ ਕੰਮ ਦੀਆਂ, ਇਹ ਧਾਰਨ ਕਰੀਏ ਔਰ ਆਪਣੇ ਹੰਕਾਰ ਨੂੰ ਛੱਡੀਏ ਔਰ ਸੰਸਾਰ ਦੀਆਂ ਵਸਤੂਆਂ ਨਾਲ ਮੋਹ ਨਾ ਪਾਈਏ ਜੀ। ਧੀਰਜ ਸੋ ਵਿਵਹਾਰ ਘਟਾਵੈ, ਸਹਿਜ ਸਹਿਜ ਸਭ ਸੋ ਛੁਟਕਾਵੈ। ਔਰ ਹੌਲੀ ਹੌਲੀ ਆਪਣੀ ਮੱਤ ਨੂੰ ਦੁਨੀਆ ਨਾਲੋਂ ਤੋੜਦੇ ਜਾਓ। ਧੀਰਜ ਭਾਵ ਹੌਲੀ ਹੌਲੀ ਸੰਸਾਰ ਚੋਂ ਨਿਰਾਲੇ ਹੁੰਦੇ ਜਾਓ, ਨਿਰਲੇਪ ਹੁੰਦੇ ਜਾਓ, ਤਾਂ ਤੇ ਤੁਸੀਂ ਅਖੀਰ ਤੇ ਛੱਡਣ ਵੇਲੇ ਬਹੁਤੀ ਤਕਲੀਫ ਨਾ ਹੋਵੇ। ਮਰਨ ਵੇਲੇ ਜੇ ਪਹਿਲੇ ਸੰਸਾਰ ਤੇ ਆ ਗਿਆ ਹੋਵੇ ਤੇ ਮਰਨ ਵੇਲੇ ਫਿਰ ਕੋਈ ਫਿਕਰ ਨਾ ਹੋਵੇ। ਇਸ ਕਰਕੇ ਮਰਨ ਤੋਂ ਪਹਿਲਾਂ ਹੀ ਅਭਿਆਸ ਕਰੋ ਕਿ ਇਹ ਸਮਾਨ ਮੇਰਾ ਨਹੀਂ, ਇਹ ਸਭ ਇੱਥੋਂ ਦਾ ਹੀ ਮਾਲ ਹੈ। ਦੀਸੇ ਕੋ ਦੀਸ ਮਤ ਕਾ ਬੋਧਕ, ਪ੍ਰਾਣ ਪਾਨ ਕੀ ਗਤ ਕਾ ਸੋਧਕ। ਜੋ ਖੋਟੀ ਬੁੱਧੀ ਵਾਲਾ ਦਿਸੇ ਤਾਂ ਉਸ ਨੂੰ ਸ਼੍ਰੇਸ਼ਟ ਮਤ ਦਾ ਬੋਧ ਬਣਾਵੇ। ਭਾਵ ਹਰੇਕ ਬੰਦੇ ਨੂੰ ਪਰਮੇਸ਼ਰ ਨਾਲ ਜੋੜਨ ਦੀ ਕੋਸ਼ਿਸ਼ ਕਰੋ, ਸਮਝਾਓ ਔਰ ਉਸ ਨੂੰ ਚੰਗੀ ਮੱਤ ਸਿਖਾਉਣੀ ਕਰੋ। ਪ੍ਰਾਣ ਅਪਾਨ ਕੀ ਗਤ ਕਾ ਸੋਧਕ, ਸਵਾਸਾਂ ਦੇ ਨਾਲ ਨਾਮ ਜਪਣਾ ਕਰੋ ਜੀ। ਬੜੇ ਬੇਰ ਭੋਜਨ ਖਾਏ, ਮਨ ਵਡਾਏ ਆਪਣਾ ਗਾਏ। ਕਹਿਣ ਲੱਗੇ ਬਹੁਤੀ ਵਾਰੀ ਭੋਜਨ ਨਾ ਕਰੋ। ਮੈਂ ਸੰਸਾਰ ਦੇ ਵਿੱਚ 3 ਵਾਰੀ ਅੱਜ ਕੱਲ੍ਹ ਛਕਦੇ ਆ, ਪੁਰਾਣੇ ਸਮਿਆਂ 'ਚ 2 ਵਾਰੀ ਛਕਦੇ, ਸੁਬਹ ਸ਼ਾਮ। ਤੇ ਨਾਮ ਜਪਣ ਵਾਲੇ ਤਾਂ 8 ਪਹਿਰੀ ਛਕਦੇ ਸੀ। ਇੱਕ ਟਾਈਮ ਛੱਡ ਦੇਣਾ ਰਾਤ ਦਾ ਜਾਂ ਸੁਬਹ ਦਾ, ਇੱਕ ਟਾਈਮ ਛੱਡ ਕੇ 8 ਪਹਿਰੀ ਭੋਜਨ ਛਕਣਾ। ਕਿਉਂਕਿ ਭੋਜਨ ਵੀ ਜ਼ਿਆਦਾ ਸਰੀਰ ਤੋਂ ਲੋੜ ਤੋਂ ਵੱਧ ਖਾਣਾ ਆਲਸ ਚੜਾਉਂਦਾ। ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਬੰਦੇ ਨੂੰ ਬਹੁਤਾ ਖਾਣ ਪੀਣ 'ਚ ਧਿਆਨ ਨਹੀਂ ਦੇਣਾ ਚਾਹੀਦਾ, ਲੋੜ ਮੁਤਾਬਕ ਖਾਣਾ ਚਾਹੀਦਾ। ਜਿਉਣ ਵਾਸਤੇ ਖਾਣਾ ਚਾਹੀਦਾ, ਖਾਣ ਵਾਸਤੇ ਨਹੀਂ ਜਿਉਣਾ ਚਾਹੀਦਾ ਕੇਵਲ। ਪੁਸਤਕ ਭੋਜ ਸਵਾਨੀ ਸ਼ੋਭਾ, ਇਨਕੋ ਤਜੇ ਨਾ ਤਰ ਲੋਭਾ। ਇਹਨਾਂ ਨੂੰ ਛੱਡ ਦਿਓ। ਕੁਸੱਤ ਭਾਵ ਝੂਠ ਛੱਡ ਦਿਓ। ਕੁਭੋਜ ਮਾੜਾ ਭੋਜਨ, ਕੁਭੋਜ ਭੋਜ ਮਾੜਾ ਭੋਜਨ ਜਿਹੜਾ ਸਰੀਰ ਦੇ ਵਾਸਤੇ ਦੁਖਦਾਈ ਆ, ਭੋਜਨ ਵੀ ਛੱਡ ਦਿਓ। ਇਸ ਤਰ੍ਹਾਂ ਪਾਤਸ਼ਾਹ ਜੀ ਕਹਿੰਦੇ ਆਪਣੇ ਘਰ ਦੇ ਵਿੱਚ ਰਹਿੰਦਿਆਂ ਹੋਇਆਂ ਜ਼ਿਆਦਾ ਵਡਿਆਈ ਦਾ ਖਿਆਲ ਵੀ ਛੱਡ ਦਿਓ। ਇਹਨਾਂ ਨੂੰ ਛੱਡ ਕੇ ਹਮੇਸ਼ਾ ਹਿਰਦੇ ਦੇ ਵਿੱਚੋਂ ਲੋਭ ਲਾਲਚ ਵੀ ਛੱਡਣਾ ਕਰੋ ਜੀ। ਹਲਕੀ ਮਲਕੀ ਨਟਕੀ ਪੰਡਤ, ਪੁੱਤਰ ਪੜਾਵੈ ਸਾਧੂ ਸੰਗਤ। ਮੂਰਖਾਂ ਦੀ, ਮੱਲਾਂ ਦੀ ਔਰ ਪਾਤਸ਼ਾਹ ਜੀ ਕਹਿੰਦੇ ਨਟਾਂ ਦੀ ਸੋਭਤ ਤੁਹਾਡਾ ਬੱਚਾ ਨਾ ਕਰੇ। ਭਾਵ ਬੱਚੇ ਨੂੰ ਵੱਧ ਤੋਂ ਵੱਧ ਵਿਦਿਆ ਦੀ ਪੜ੍ਹਾਈ ਦੀ ਸੰਗਤ ਕਰਾਓ, ਵਿਹਲੜਾਂ ਦੀ ਸੰਗਤ ਨਾ ਕਰਾਓ, ਸਾਧੂਆਂ ਦੀ ਸੰਗਤ ਕਰਾਓ ਤੇ ਜਾਂ ਫਿਰ ਚੰਗੀ ਪੜ੍ਹਾਈ ਕਰਾਓ ਜੀ। ਦੇਵ ਭਵਨ ਮੈਂ ਚਿਰ ਨ ਰਹੈ, ਕਰਨੀ ਭੇਦਨਾ ਕੈਸੋ ਕਹੈ। ਔਰ ਜ਼ਿਆਦਾਤਰ ਧਾਰਮਿਕ ਸਥਾਨਾਂ ਵਿੱਚ ਬੈਠੇ ਰਹਿਣਾ ਵਿਹਲਿਆਂ ਵਾਂਗੂ ਵੀ ਕਿਹੜਾ ਕੋਈ ਕੰਮ ਹੈ, ਚਲ ਇੱਥੇ ਟਾਈਮ ਟਪਾ ਲੈਂਦੇ ਆ। ਮੰਦਿਰਾਂ ਦੇ ਵਿੱਚ ਧਾਰਮਿਕ ਸਥਾਨਾਂ 'ਤੇ ਜ਼ਿਆਦਾ ਦੇਰ ਬੈਠਣ ਦੀ ਲੋੜ ਨਹੀਂ ਹੈ। ਜਾਓ ਭਜਨ ਬੰਦਗੀ ਜ਼ਰੂਰ ਕਰੋ, ਪਰ ਜੇ ਕੇਵਲ ਤੇ ਕੇਵਲ ਖਾਣ ਪੀਣ ਪਿੱਛੇ ਟਾਈਮ ਬਿਤਾਉਣ ਵਾਸਤੇ ਜਾਣਾ ਵੀ ਚੱਲ ਉੱਥੇ ਏਸੀ ਚੱਲਦੇ ਆ ਉੱਥੇ ਜਾ ਕੇ ਬਹਿ ਜਾਂਦੇ ਆ, ਠੀਕ ਹੈ ਜੀ ਆਇਆਂ ਨੂੰ ਏਸੀ ਲਾਏ ਆ ਤੁਹਾਡੇ ਵਾਸਤੇ, ਪਰ ਜੇ ਇੱਥੇ ਬੈਠ ਕੇ ਕੇਵਲ ਠੰਡਕ ਲੈ ਕੇ ਤੁਰ ਜਾਣਾ ਤੇ ਭਜਨ ਕਰਨਾ ਨਾ ਬੰਦਗੀ ਕਰਨੀ, ਨਾ ਫਿਰ ਉਹਦਾ ਕੀ ਫਾਇਦਾ। ਦੇਵ ਮੰਦਰ ਮੈਂ ਭਾਵ ਧਾਰਮਿਕ ਸਥਾਨਾਂ 'ਤੇ ਬੈਠੋ ਭਜਨ ਬੰਦਗੀ ਕਰਨ ਵਾਸਤੇ, ਪਰ ਇਹ ਵੀ ਗੱਲ ਯਾਦ ਰੱਖਿਓ ਲੰਗਰ ਦੀਆਂ ਰੋਟੀਆਂ ਤਿੰਨੇ ਕੰਮ ਕਰੇਨ, ਹੱਡ ਭੰਨਣ ਆਲਸ ਚੜਨ, ਕੰਮ ਕਰਨ ਨਾ ਦੇਣ, ਮੱਤ ਮਾਰਨ ਹੱਡ ਭੰਨਣ। ਜੇ ਬਾਣੀ ਨਾ ਪੜ੍ਹੀ ਧਾਰਮਿਕ ਸਥਾਨ 'ਤੇ ਜਾ ਕੇ ਉੱਥੋਂ ਦੀ ਸ਼ੋਭਤ ਚੰਗੀ ਪ੍ਰਾਪਤ ਨਾ ਕੀਤੀ, ਫਿਰ ਉੱਥੇ ਜਾਣ ਦਾ ਕੋਈ ਫਾਇਦਾ ਨਹੀਂ ਹੈ। ਇਸ ਕਰਕੇ ਬਹੁਤਾ ਚਿਰ ਮੰਦਿਰਾਂ ਵਿੱਚ ਬੈਠਣ ਦੀ ਵੀ ਲੋੜ ਨਹੀਂ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਕਰਨੀ ਭੇਦ ਨਾ ਕਿਹੋ ਸਿਓ ਕਹੈ, ਕਿ ਜਿਹੜਾ ਤੁਸੀਂ ਸਿਮਰਨ ਭਜਨ ਬੰਦਗੀ ਕਰਦੇ ਹੋ ਉਹ ਵੀ ਐਵੇਂ ਲੋਕਾਂ ਕੋਲੇ ਦੱਸਦੇ ਨਹੀਂ ਫਿਰਨਾ ਚਾਹੀਦਾ ਕਿ ਮੈਂ ਇੰਨੇ ਪਾਠ ਕਰਕੇ ਆਇਆ ਜਾਂ ਇੰਨੇ ਕੀਤੇ ਆ ਜਾਂ ਮੈਂ ਇੰਨੇ ਕਰਦਾ ਰੋਜ਼ ਦੇ। ਇਹ ਤੁਹਾਡੇ ਆਪਣੇ ਵਾਸਤੇ ਹੈ, ਇਹ ਚੀਜ਼ ਦਾ ਕਿਸੇ ਨਾਲ ਕਰਨ ਦੀ ਲੋੜ ਨਹੀਂ ਹੈ। ਸਮਤਾ ਨਿਤ ਸਬਨ ਕੋਹਿ ਰਹਿ, ਨਿਆਏ ਸਮੇਂ ਕੁਛ ਪਛ ਨ ਟੇਰੈ। ਇਸ ਤਰ੍ਹਾਂ ਸਭ ਨੂੰ ਸਮਤ ਨਿਗਾਹ ਦ੍ਰਿਸ਼ਟੀ ਨਾਲ ਦੇਖੋ, ਸਭ ਦੇ ਵਿੱਚ ਪਰਮੇਸ਼ਰ ਨੂੰ ਜਾਣਨਾ ਕਰੋ। ਨਿਆਂ ਸਮੇਂ ਕਿਸੇ ਦਾ ਪੱਖਪਾਤ ਨਾ ਕਰੋ। ਭੋਗਨ ਕੀ ਕੀਰਤ ਨ ਕੀਜੈ, ਖਾਨ ਪਾਨ ਮੈਂ ਚਿਤ ਮਨ ਪੀਜੈ। ਇਸ ਤਰ੍ਹਾਂ
ਖਾਣ ਪਾਣ ਵੇਲੇ, ਭੋਜਨ ਛਕਣ ਵੇਲੇ ਧਿਆਨ ਤੁਹਾਡਾ ਭੋਜਨ ਵਿੱਚ ਹੀ ਹੋਣਾ ਚਾਹੀਦਾ ਹੈ। ਭੋਗਾਂ ਦੀ ਉਸਤਤੀ ਨਾ ਕਰੋ, ਫਲਾਨਾ ਭੋਜਨ ਵਧੀਆ ਆ, ਬੜਾ ਸਵਾਦ ਹੈ, ਉਹ ਖਾਈਏ ਆਪਾਂ, ਉਹ ਸਵਾਦ ਹੈ। ਜੀਭ ਦੇ ਸਵਾਦਾਂ ਪਿੱਛੇ ਜਿਹੜਾ ਖਾਣਾ ਉਹ ਗਲਤ ਹੈ। ਸੁਦਾ ਹਾਰ ਬਿਹਾਰ ਜੋ ਸੁਦਾ ਕਰਤ ਰਹੇ ਸਿੱਖ ਕਰਤਨ ਰੁਦਾ। ਇਸ ਕਰਕੇ ਮਨੁੱਖ ਦਾ ਸ਼ੁੱਧ ਵਿਹਾਰ ਹੋਣਾ ਚਾਹੀਦਾ ਹੈ, ਸ਼ੁੱਧ ਖਾਣਾ ਪੀਣਾ ਹੋਣਾ ਚਾਹੀਦਾ ਹੈ, ਸ਼ੁੱਧ ਜੀਵਨ ਹੋਣਾ ਚਾਹੀਦਾ ਹੈ। ਉਹਨਾਂ ਦਾ ਹੀ ਜੀਵਨ ਸਫਲਾ ਹੋ ਸਕਦਾ ਹੈ। ਦੋਹਰਾ ਧਿਆਨ ਸਿੰਘ ਗੁਰ ਸ਼ਬਦ ਪਰ ਦੀਨਾ ਸਭ ਕਰ ਵਿੱਚ। ਹੁਣ ਅੱਗੇ ਧਿਆਨ ਸਿੰਘ ਦੀ ਗੱਲ ਚੱਲਦੀ ਹੈ, ਜਿਨ੍ਹਾਂ ਨੇ ਗੁਰੂ ਸ਼ਬਦ ਪਿੱਛੇ ਆਪਣਾ ਸਭ ਕੁਝ ਵੇਚ ਕੇ, ਭਾਵ ਗਹਿਣੇ ਰੱਖ ਕੇ ਦੇ ਦਿੱਤੇ ਸਨ ਪੈਸੇ। ਪਾਸ ਹੀ ਬੈਠਾ ਪੁੱਛਿਆ ਕੋ ਸਿੱਖਾ ਤੂੰ ਚੇਤ। ਔਰ ਸਤਿਗੁਰੂ ਪਾਤਸ਼ਾਹ ਕਹਿੰਦੇ ਧਿਆਨ ਸਿੰਘ ਤੇਰਾ ਕੀ ਹਾਲ ਆ, ਤੂੰ ਸੁਣਾ। ਹੁਣ ਧਿਆਨ ਸਿੰਘ ਕੀ ਕਹਿੰਦਾ ਇਹਦੀ ਗੱਲ ਆਪਾਂ ਕੱਲ ਨੂੰ ਸਰਵਣ ਕਰਾਂਗੇ। ਹੁਣ ਸਮਾਂ ਸਮਾਪਤੀ ਤੇ ਇੱਥੇ ਰੋਕਣ ਦੀ ਆਗਿਆ ਬਖਸ਼ੋ। ਬੋਲਦਿਆਂ ਨੇਕਾਂ ਅੱਖਰ ਬਾਅਦ ਘਾਟ ਹੋ ਜਾਂਦੇ, ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਜੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। हे अच्युत हे पार ब्रह्म अविनाशी अविनाश। हे पूरन हे सर्वमय गुणदास। हे संगी हे निरंकार हे निर्गुण सब टेक। हे गोविंद हे गुण निदान सदा विवेक। हे अपरंपर हर हरे हे संत कै सदा संग। हे ठाकुर हों दासरो गुण गुण नहीं कोए। नानक दीजै नाम दान। आए प्रभ शरणागति एक अखर हर मन बसत। एक अंकारा सतगुरु साध सच होए। वाहिगुरु जी की फतेह है। विनाशन सोए। वाहिगुरु जी की फतेह है। विनाशन सोए। वाहिगुरु जी का खालसा वाहिगुरु जी की फतेह।